ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਨੇ। ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਗਰਗ ਸਾਹਿਬ। ਸ਼ੁਕਰੀਆ ਜੀ, ਬਹੁਤ ਬਹੁਤ ਸੁਖਵਿੰਦਰ ਜੀ। ਧੰਨਵਾਦ ਗਰਗ ਸਾਹਿਬ। ਸਭ ਤੋਂ ਪਹਿਲਾ ਸਵਾਲ ਜਿਹੜਾ ਹੈ ਉਹ ਸੰਗਰੂਰ ਇਲੈਕਸ਼ਨ ਤੇ ਖੜਾ ਹੁੰਦਾ। ਨਤੀਜੇ ਤਾਂ ਲਿਆਉਣੇ ਬਾਕੀ ਨੇ, ਪਰ ਲੋਕਾਂ ਦਾ ਰੁਝਾਨ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਝੋਨੇ ਕਰਕੇ ਲੋਕ ਵਿਅਸਤ ਸੀਗੇ, ਬਿਜ਼ੀ ਸੀ, ਨਹੀਂ ਆ ਸਕੇ, ਜਾਂ ਕੋਈ ਹੋਰ ਕਾਰਨ ਵੀ ਚਲੋ ਕਹਿੰਦੇ ਰਹਿਣਗੇ। ਪਰ ਅਸਲ ਕਾਰਨ ਕੀ ਮੰਨਿਆ ਜਾਏ ਕਿ ਲੋਕਾਂ ਦਾ ਇੰਨੀ ਛੇਤੀ ਕੀ ਮੋਹ ਭੰਗ ਹੋ ਗਿਆ ਸਰਕਾਰਾਂ ਤੋਂ, ਤਮਾਮ ਸਿਆਸਤਦਾਨਾਂ ਤੋਂ? ਦੇਖੋ ਸੁਖਵਿੰਦਰ ਜੀ, ਇਹ ਤਾਂ ਉਹਨਾਂ ਦਾ ਬਹਾਨਾ ਵੀ ਝੋਨੇ ਕਰਕੇ ਲੋਕ ਨਹੀਂ ਆਏ। ਅੱਜ ਤੱਕ ਕਦੇ ਇੰਨੀ ਘੱਟ ਵੋਟਿੰਗ ਹੋਈ ਨਹੀਂ ਕਦੀ ਵੀ, ਜਿਸ ਤਰੀਕੇ ਨਾਲ ਹੁਣ ਹੋਈ ਹੈ। ਤੇ ਦੂਜੀ ਗੱਲ, 3 ਮਹੀਨੇ ਹੋਏ ਸੀ ਸਰਕਾਰ ਨੂੰ, ਜ਼ਿਆਦਾ ਇੰਨੀ ਜ਼ੋਰ ਨਾਲ ਉਹਨਾਂ ਨੇ ਵੋਟ ਪਾਈ ਸੀ। ਹੁਣ ਤਾਂ ਫਿਰ ਕੋਈ ਨਾ ਕੋਈ ਜੋਸ਼ ਦਾ। ਹੁਣ ਜਿਹੜਾ ਮੋਹ ਭੰਗ ਹੋਣ ਦਾ ਸਵਾਲ ਹੈ, ਲੋਕਾਂ ਨੇ ਚੋਣ ਤੋਂ ਬਾਅਦ ਜਿਹੜੀਆਂ ਦਲ ਬਦਲੀਆਂ ਕਾਂਗਰਸ ਨੇ ਕਰੀਆਂ, ਬੀਜੇਪੀ 'ਚ ਗਏ ਉਹਨਾਂ ਦੇ ਬੰਦੇ, ਜਿਹੜਾ ਕੈਂਡੀਡੇਟ ਹੀ ਕਾਂਗਰਸ ਦਾ ਸੀ ਪਿਛਲੇ ਵਾਰੀ, ਐਤਕੀ ਉਹ ਬੀਜੇਪੀ ਦਾ ਕੈਂਡੀਡੇਟ ਸੀ ਇੱਥੇ। ਤੇ ਇੱਕ ਤਾਂ ਉਹ ਦਲ ਬਦਲੀਆਂ ਤੋਂ ਉਹਨਾਂ ਨੂੰ ਲੱਗਦਾ ਵੀ ਤਾਂ ਸਾਰੇ ਇੱਕੋ ਜਿਹੇ ਨੇ, ਇੱਕ ਦੂਜੇ ਦੋਸ਼ ਦਿੰਦੇ ਨੇ, ਹੋਰ ਕੁਝ ਕਰਦੇ ਨਹੀਂ। ਦੂਜਾ, ਉਹਦੇ 'ਚੋਂ ਸਾਰੇ ਸਿਆਸਤਦਾਨਾਂ ਦੇ ਉੱਤੇ ਜਿਵੇਂ ਆ ਰਹੀ ਸੀ, ਗਾਜ ਗਿਰ ਰਹੀ ਸੀ, ਉਹ 'ਚੋਂ ਵੀ ਲੱਗਦਾ ਵੀ ਇਹ ਤਾਂ ਸਾਡਾ ਕੰਮ ਕਰਦੇ ਨਹੀਂ, ਇਹ ਤਾਂ ਦਿਖਾਵਾ ਕਰਦੇ ਨੇ। ਉਹ ਵਿਅਕਤੀਗਤ ਕਿਸੇ ਨਾਲ ਕੋਈ ਹੁੰਦੀ ਹੈ ਤਾਂ ਹੋਰ ਹੈ। ਇੱਦਾਂ ਹੀ ਜਿਹੜੀ ਇਹ ਮੌਜੂਦਾ ਸਰਕਾਰ ਹੈ, ਇਹ ਸਰਕਾਰ ਕੋਲੋਂ ਜਿਹੜਾ ਇਹਨਾਂ ਨੇ ਪਬਲਿਕਲੀ ਇੱਕ ਗੱਲ ਪੈਦਾ ਕਰਨੀ ਸੀ, ਜਿਹੜਾ ਪਹਿਲਾਂ ਮੈਂ ਚੰਨੀ ਵੇਲੇ ਵੀ ਕਿਹਾ ਸੀ, ਉਹਨੇ ਨਹੀਂ ਪੈਦਾ ਕਰ ਸਕਿਆ। ਇਹ ਨਹੀਂ, ਇਹਦਾ ਮਤਲਬ ਇਹਨਾਂ ਦੀ ਮਨਸ਼ਾ ਨਹੀਂ ਹੈ। ਉਹ ਕੀ ਸੀ? ਉਹ ਇਹ ਹੈ, ਲੋਕਾਂ ਨੂੰ ਕੋਈ ਪ੍ਰਚਾਰ ਨਾਲ ਨਹੀਂ ਹੁੰਦਾ, ਲੋਕਾਂ ਨੂੰ ਸਾਹਮਣੇ ਦਿਖਣਾ ਚਾਹੀਦਾ ਵੀ ਆਹ ਕੰਮ ਤਾਂ ਯਾਰ ਫਟਾਫਟ ਹੋਣ ਲੱਗ ਗਿਆ। ਉਹ ਕਿਵੇਂ ਹੈ? ਉਹਦੇ 'ਚ ਇਹਨਾਂ ਨੂੰ 3 ਮਹੀਨੇ 4 ਮਹੀਨੇ ਦਾ ਬਹਾਨਾ ਵੀ ਨਹੀਂ ਸੀ। ਉਹ ਕੋਈ ਔਖਾ ਕੰਮ ਵੀ ਨਹੀਂ ਸੀ। ਉਹ 'ਚ ਕੋਈ ਪੈਸਾ ਵੀ ਨਹੀਂ ਲੱਗਦਾ ਸੀ। ਉਹ ਕੰਮ ਕੀ ਸੀਗੇ? ਜਿਹੜੇ ਆਪੇ ਲੋਕਾਂ ਤੱਕ ਘਰ ਘਰ ਪਹੁੰਚੇ ਹੁੰਦੇ, ਉਹ ਸੰਗਰੂਰ 'ਚ ਵੀ ਪਹੁੰਚੇ ਹੁੰਦੇ। ਉਹ ਸੀਗੇ ਕਿ ਮਨਰੇਗਾ ਦੇ ਸਭ ਦੇ ਕਾਰਡ ਬਣਾਓ। 32 ਲੱਖ ਕਾਰਡ ਬਣਨਾ ਪੰਜਾਬ 'ਚ। ਉਹ ਬਣਾ ਦਿਓ ਜਿਨ੍ਹਾਂ ਦੇ ਰਹਿੰਦੇ ਨੇ। ਵੀਡੀਓ ਦੀ ਡਿਊਟੀ ਲਾ ਦਿਓ ਵੀ ਸਭ ਦੇ ਕਾਰਡ ਬਣਨੇ ਚਾਹੀਦੇ। ਸਰਪੰਚਾਂ ਨੂੰ ਕਹਿ ਦਿਓ ਵੀ ਸਭ ਦੇ ਕਾਰਡ ਬਣਨੇ ਚਾਹੀਦੇ ਨੇ। ਇੱਦਾਂ ਹੀ ਤੁਸੀਂ ਜਿਹੜੀਆਂ ਬੁਢਾਪਾ ਵਿਧਵਾ ਪੈਨਸ਼ਨਾਂ ਨੇ, ਅਪੰਗ ਪੈਨਸ਼ਨਾਂ ਨੇ, ਨਿਆਸਰਾ ਪੈਨਸ਼ਨਾਂ ਨੇ, ਉਹ ਨਹੀਂ ਬਹੁਤਿਆਂ ਦੀਆਂ ਮਿਲੀਆਂ। ਤੁਸੀਂ ਉਹ ਕਹੋ ਵੀ ਭਾਈ ਉਹਨਾਂ ਦੇ ਬਣਾਓ ਸਾਰਿਆਂ ਦੇ। ਘੱਟੋ ਘੱਟ ਲਾਓ ਤਾਂ ਸੀ ਨਾ, ਜਦ ਪੈਨਸ਼ਨ ਮਿਲੂਗੀ ਉਦੋਂ ਅਗਲੀ ਗੱਲ ਹੈ। ਤੀਜਾ, ਜਿਹੜੇ ਮਨਰੇਗਾ ਦੇ ਪਹਿਲਾਂ ਰਜਿਸਟਰਡ ਨੇ, ਉਹਨਾਂ ਨੂੰ ਫਟਾਫਟ ਕਹੋ ਵੀ ਹਰੇਕ ਨੂੰ ਭਾਈ ਜਦ ਵੀ ਕੋਈ ਜੋਬ ਮੰਗਦਾ ਹੈ, ਇਹ ਇੱਕ ਪ੍ਰਚਾਰ ਕਰ ਦਿਓ ਸਾਰਿਆਂ 'ਚ ਵੀ ਜਦ ਤੁਸੀਂ ਜੋਬ ਮੰਗੋਗੇ 15 ਦਿਨ ਦਾ ਵਕਫੇ ਨਾਲ, ਤੁਹਾਨੂੰ ਜੋਬ 15 ਦਿਨ ਦਾ ਮਿਲੇਗਾ ਪੱਕਾ ਘੱਟੋ ਘੱਟ। ਦੇਣਾ ਕੋਈ ਔਖਾ ਕੰਮ ਨਹੀਂ, ਸਰਕਾਰ ਤੋਂ ਪੈਸਾ ਆਉਣਾ ਹੈ, ਪਹਿਲਾਂ ਹੀ ਉਹ ਰਜਿਸਟਰਡ ਨੇ ਅਤੇ ਉਹਨੂੰ ਜੋਬ ਵੀ ਮਿਲਣਾ। ਆਲੇ ਦੁਆਲੇ ਕੰਮ ਬਥੇਰੇ ਨੇ, ਸੜਕਾਂ ਦੇ ਉੱਤੇ ਸਫਾਈ ਕਰਨੀ ਹੈ, ਦਰਖਤ ਲਗਾਉਣੇ ਨੇ, ਨਹਿਰਾਂ ਦੀਆਂ ਪੱਟਣੀਆਂ, ਸਾਰੇ ਕੰਮ ਇਹਦੇ 'ਚ ਆ ਜਾਂਦੇ ਨੇ। ਪਿੰਡਾਂ ਦੀਆਂ ਗਲੀਆਂ ਨਾਲੀਆਂ ਨੇ, ਜੋ ਵੀ ਕੰਮ ਹੈ, ਬਹੁਤ ਸਾਰੇ ਆਂਗਣਵਾੜੀ ਸੈਂਟਰ ਨੇ, ਸਕੂਲਾਂ ਦੀਆਂ 4 ਦੀਵਾਰੀਆਂ ਨੇ, ਕੁਝ ਵੀ ਕਰਾਇਆ ਜਾ ਸਕਦਾ ਯਾਨੀ ਕਿ। ਔਰ ਹੁਣ ਮੌਸਮ ਸੀਗਾ ਦਰਖਤ ਦੁਖਤ ਲਗਾਉਣ ਦਾ ਵੀ। ਸੋ ਉਹਦੇ ਵਿੱਚ ਉਹਦੇ ਨਾਲ ਫਿਰ ਕੀ ਹੋਣਾ ਸੀ ਵੀ ਹਰੇਕ ਬੰਦਾ ਸੋਚਦਾ ਯਾਰ ਮੇਰਾ ਤਾਂ ਕਾਰਡ ਵੀ ਬਣ ਗਿਆ, ਮੈਨੂੰ ਤਾਂ ਜਾਣਾ ਹੀ ਨਹੀਂ ਪਿਆ ਕਿਤੇ। ਜਿਹੜਾ ਇਹ ਕਹਿੰਦੇ ਸੀ ਵੀ ਸਰਕਾਰ ਦੇ ਦਰਬਾਰੇ ਤੁਸੀਂ ਨਹੀਂ ਜਾਓਗੇ, ਸਰਕਾਰ ਤੁਹਾਡੇ ਦਰਬਾਰ ਆਊਗੀ, ਉਹ ਗਈ ਨਹੀਂ ਸਰਕਾਰ। ਲੋਕਾਂ ਨੂੰ ਨਹੀਂ ਦਿਖੀ ਵੀ ਸਾਡੇ ਦਰਬਾਰ ਆਈ ਹੈ। ਉਹਨਾਂ ਨੂੰ ਐਂ ਲੱਗਾ ਵੀ ਇਹ ਤਾਂ ਉਤਲੀਆਂ ਕਿਹੜਾ ਕੱਢੀ ਜਾਂਦੇ ਨੇ, ਉਹਨਾਂ ਨੂੰ ਫੜੀ ਜਾਂਦੇ ਨੇ। ਇਹ 'ਚ ਕੋਈ ਸ਼ੱਕ ਨਹੀਂ ਵੀ ਉਹਨਾਂ ਨੂੰ ਫੜਿਆ ਇਹਨਾਂ ਨੇ, ਅਤੇ ਉਹਨਾਂ ਨੂੰ ਨਹੀਂ ਕਰਿਆ ਆਪਦੇ ਮੰਤਰੀ ਤਾਂ ਜਿਹੜੇ ਨੇ। ਸੋ ਉਸ ਪੱਖੋਂ ਜਦ ਮੈਂ ਇੱਦਾਂ ਹੀ, ਜੇ ਅਸੀਂ ਸਿੱਖਿਆ ਦੀ ਗੱਲ ਕਰੀਏ, ਸਿੱਖਿਆ ਦੇ ਵਿੱਚ ਉਹਨਾਂ ਨੂੰ ਕੋਈ ਲੱਗਿਆ ਨਹੀਂ ਵੀ ਕੋਈ ਸੁਧਾਰ, 1% ਵੀ ਸੁਧਾਰ ਦੀ ਗੱਲ ਹੋਈ ਹੋਵੇ। ਸਿਹਤ ਦੇ ਵਿੱਚ ਉਹਨਾਂ ਨੂੰ ਕੋਈ ਸੁਧਾਰ ਨਹੀਂ ਲੱਗਿਆ ਵੀ ਕੁਝ ਕਰਿਆ ਹੋਵੇ। ਹੁਣ ਵੀ ਇਹ ਇੱਥੇ ਆ ਕੱਲ੍ਹ ਬਜਟ ਸੈਸ਼ਨ 'ਚ ਵੀ ਬੋਲ ਰਹੇ ਸੀ ਵੀ ਅਸੀਂ ਜੀ ਆਹ ਵੀ ਕਰਦੇ ਹਾਂ, ਅਸੀਂ ਫਲਾਣਾ, ਅਸੀਂ ਸੰਗਰੂਰ 'ਚ ਇੱਕ ਮਸਤਵਾਨੇ ਮੈਡੀਕਲ ਕਾਲਜ ਖੋਲ੍ਹ ਦੇਣਾ। ਮਸਤਵਾਨੇ ਦਾ ਮੈਡੀਕਲ ਕਾਲਜ ਖੋਲ੍ਹ ਕੇ ਆ ਜਿਹੜਾ ਮੁਹਾਲੀ ਵਾਲਾ, ਉਹ ਤਾਂ ਚੱਲ ਨਹੀਂ ਰਿਹਾ ਜੇ। ਜੇ ਤੁਸੀਂ ਭਰਤੀ ਇਹੋ ਜਿਹੀ ਕਰਨੇ ਹੋ, ਮੁਹਾਲੀ ਕਾਲਜ ਦੇ ਵਿੱਚ ਕਾਂਗਰਸ ਸਰਕਾਰ ਨੇ, ਹਾਲਾਂਕਿ ਜਿਹੜਾ ਹੁਣ ਬੀਜੇਪੀ ਛੱਡ ਗਿਆ, ਅਕਾਲੀ ਦਲ ਜਾ ਰਲਿਆ, ਉਸਨੇ ਇਹ ਰੇਜ਼ ਕਰਿਆ ਸੀ ਇਸ਼ੂ, ਸ਼ਰਤਾਂ ਬਦਲ ਕੇ, ਨਰਮ ਕਰਕੇ ਇਹੀ ਜਿਹੀ ਲੜਕੀ ਨੂੰ ਭਰਤੀ ਕਰਤਾ ਪ੍ਰਿੰਸੀਪਲ, ਡਾਇਰੈਕਟਰ ਪ੍ਰਿੰਸੀਪਲ, ਜਿਹਨੂੰ ਪਤਾ ਹੀ ਨਹੀਂ ਵੀ ਇੰਸਟੀਟਿਊਟ ਕਿਵੇਂ ਬਣਾਈ ਦੀ ਹੈ। ਇੰਸਟੀਟਿਊਟ ਬਣਾਉਣਾ ਹੋਰ ਗੱਲ ਹੈ, ਬੰਦੀ ਨੂੰ ਚਲਾਉਣਾ ਹੋਰ ਗੱਲ ਹੈ। ਇਹ ਤਾਂ ਨਵੀਂ ਬਣਨੀ ਸੀ। ਨਵੀਂ ਤਾਂ ਬਣਾਉਣ ਵਾਸਤੇ ਉਹ ਬੰਦੇ ਲਾਉਣੇ ਚਾਹੀਦੇ ਜਿਨ੍ਹਾਂ ਦਾ ਤਜਰਬਾ ਵੀ ਕੋਈ ਮੈਡੀਕਲ ਕਾਲਜ, ਕੋਈ ਯੂਨੀਵਰਸਿਟੀ ਉਹਨਾਂ ਨੇ ਸੈਟਲ ਕਰੀ ਹੋਵੇ। ਜਿਨ੍ਹਾਂ ਨੇ ਕਰਿਆ ਕੁਛ ਨੂੰ ਨਵਾਂ ਕਿਵੇਂ ਚਲਾਉਣਗੇ? ਉਹਨੂੰ ਤਾਂ ਪਤਾ ਹੀ ਨਹੀਂ। ਚੱਲਦੇ ਨੂੰ ਤਾਂ ਫੇਰ ਗੱਡੀ ਰੇੜੀ ਜਾਂਦੀ ਹੈ। ਸੋ ਇਸ ਕਰਕੇ ਉਹ ਜਦ ਤੁਸੀਂ ਬੰਦੇ ਇਹੋ ਜਿਹੇ ਲਾ ਲੈਂਦੇ ਹੋ, ਇਹਦੇ ਉਲਟ ਹਰਿਆਣਾ ਕੋਈ ਐਂ ਤਾਂ ਹੈ ਨਹੀਂ ਵੀ ਉੱਥੋਂ ਦੇ ਪੋਲੀਟੀਸ਼ੀਅਨ ਭਲੇ ਮਾਨਸ ਨੇ। ਹਰਿਆਣੇ ਨੇ 4 ਕਾਲਜ ਖੋਲ੍ਹੇ, ਉਹਨਾਂ ਨੇ ਚਾਰੇ ਡਾਇਰੈਕਟਰ ਜਿਹੜੇ ਲਾਏ ਇਹੋ ਜਿਹੇ ਲਾਏ ਜਿਹੜੇ ਉਹਨੂੰ ਚਲਾਉਣਾ ਜਾਣਦੇ ਸੀ।
ਓਪਨ ਹਾਊਸ ਨਾਲ ਆਏ। ਫਿਰ ਉਹਨਾਂ ਨੇ ਜਿਹੜੀ ਉੱਥੇ ਫੈਕਲਟੀ ਭਰਤੀ ਕਰੀ, ਉਹਨਾਂ ਨੇ ਬਿਨਾਂ ਕਿਸੇ ਸਿਫਾਰਿਸ਼ ਦੇ ਮੈਰਿਟ ਤੇ ਕਰੀ, ਚਾਹੇ ਪੰਜਾਬ ਦਾ ਸੀ, ਚਾਹੇ ਬਾਹਰਲਾ ਸੀ, ਚਾਹੇ ਹਰਿਆਣੇ ਦਾ ਸੀ, ਇਹ ਨਹੀਂ ਦੇਖਿਆ। ਇਹ ਦੇਖਿਆ ਵੀ ਕਾਬਲ ਕਿਹੜਾ ਹੈ, ਉਹਨਾਂ ਭਰਤੀ ਕਰ ਲਈ। ਉਹਨਾਂ ਦੇ ਚਾਰੇ ਕਾਲ ਚੱਲ ਪਏ। ਉਹਨਾਂ ਦਾ ਮੇਵਾਤ 'ਚ ਇੱਕ ਕਾਲਜ ਹੈ ਜਿਹੜਾ ਮੁਸਲਮਾਨ ਏਰੀਆ, ਬਹੁਤ ਰਿਮੋਟ ਏਰੀਆ ਹੈ, ਉੱਥੇ ਉਹਨਾਂ ਨੇ 1.5 ਗੁਣਾ ਤਨਖਾਹ ਰੱਖੀ। ਇਸੇ ਤਰ੍ਹਾਂ ਹੀ ਸੋਨੀਪਤ 'ਚ ਕਾਲਜ ਉਹ ਚੱਲਿਆ, ਪਾਣੀਪਤ 'ਚ ਚੱਲਿਆ ਕਲਪਨਾ ਚਾਵਲਾ ਕਾਲਜ। ਸੋ ਉਹਨਾਂ ਨੇ ਜਿਹੜੇ ਆਪਦੇ ਕਾਲਜ ਚਲਾਏ ਵਧੀਆ ਤਰੀਕੇ ਨਾਲ, ਇਹਨਾਂ ਤੋਂ ਤਾਂ ਇੱਕ ਨਹੀਂ ਚੱਲਿਆ। ਆ ਜਿਹੜਾ ਮੋਹਾਲੀ ਵਾਲਾ, ਜੇ ਉਹਨੂੰ ਵੀ ਪਹਿਲਾਂ ਠੀਕ ਕਰ ਲੈਂਦੇ, ਪਤਾ ਨਹੀਂ ਕਿੰਨੇ ਸਾਲਾਂ ਤੋਂ ਉਹਦਾ ਇਹੀ ਕੱਟਾ ਕੱਟੀ ਜਿਹਾ ਹੋਈ ਜਾ ਰਿਹਾ ਹੈ। ਤੇ ਇਹਨਾਂ ਨੇ ਜਿਹੜਾ ਮਸਤਾਂ ਨੇ ਕਿਹੜਾ ਕਾਲਜ ਚਲਾ ਦੇਣਾ, ਦਿਖਾਵਾ ਭਾਵਾਂ ਜੋ ਮਰਜ਼ੀ ਕਰੀ ਜਾਣ। ਸੋ ਦੂਜੀ ਗੱਲ, ਕਹਿੰਦਾ ਕਾਲਜ ਨਹੀਂ ਮਸਲਾ ਹੱਲ ਕਰਦਾ। ਇਹਦਾ ਮਤਲਬ ਜੇ ਕਾਲਜ ਦੀ ਇਹ ਗੱਲ ਕਰਦੇ ਨੇ ਤਾਂ ਇਹਦਾ ਮਤਲਬ ਇਹਨਾਂ ਨੂੰ ਇਹ ਨਹੀਂ ਪਤਾ ਵੀ ਲੋਕਾਂ ਨੂੰ ਸਿਹਤ ਸੇਵਾਵਾਂ ਮਿਲ ਕਿਉਂ ਨਹੀਂ ਰਹੀਆਂ। ਸਿੱਖਿਆ ਦੇ ਵਿੱਚ ਇਹ ਕਹਿੰਦੇ ਅਸੀਂ ਟੀਚਰ ਭਰਤੀ ਕਰਾਂਗੇ। ਹੁਣ ਵੀ ਕੱਲ ਉਹਨਾਂ ਨੇ ਸਦਨ 'ਚ ਬਿਆਨ ਦਿੱਤਾ ਹੈ ਸਿੱਖਿਆ ਮੰਤਰੀ ਨੇ ਕਿ ਅਸੀਂ 6600 ਕਿੰਨੇ 25 ਕੇ ਕਿੰਨੇ ਟੀਚਰ 36 ਭਰਤੀ ਕਰਾਂਗੇ। 6600 ਜੀਬੀਟੀ ਟੀਚਰ ਭਰਤੀ ਕਰਨ ਨਾਲ ਮਸਲਾ ਹੱਲ ਹੁੰਦਾ? ਜੀਬੀਟੀ ਟੀਚਰ ਦੀ ਗਿਣਤੀ ਤਾਂ ਪਹਿਲਾਂ ਹੀ ਜ਼ਿਆਦਾ ਹੈ, ਜਿੰਨੇ ਬੱਚੇ ਨੇ ਉਸ ਹਿਸਾਬ ਨਾਲ ਤਾਂ ਬਹੁਤ ਜ਼ਿਆਦਾ ਹੈ। ਹੋਰ ਭਰਤੀ ਕਰ ਲੋਗੇ। ਪਹਿਲਾਂ ਤੁਸੀਂ ਕਰੇ ਸੀ ਬਾਰਡਰ ਏਰੀਆ ਵਾਸਤੇ, ਚੰਨੀ ਸਾਹਿਬ ਜਾਂਦੇ ਜਾਂਦੇ ਇੱਧਰ ਨੂੰ ਲੈ ਆਏ। ਤੁਸੀਂ ਅੱਜ ਤੱਕ ਸਕੂਲਾਂ ਦੀ ਮੈਪਿੰਗ ਹੀ ਨਹੀਂ ਕਰੀ। ਮੈਪਿੰਗ ਦਾ ਮਤਲਬ ਕੀ ਹੁੰਦਾ ਹੈ ਵੀ ਤੁਸੀਂ ਭਾਈ ਕਿੰਨੇ ਸਕੂਲ ਨੇ, ਕਿੰਨੇ ਬੱਚੇ ਨੇ, ਕਿੰਨੇ ਅਧਿਆਪਕ ਨੇ, ਕਿੰਨਾ ਸਾਜੋ ਸਮਾਨ ਹੈ, ਤੇ ਕਿੱਥੇ ਕਿੱਥੇ ਕੀ ਕੀ ਚਾਹੀਦਾ ਹੈ, ਇਹ ਤੁਸੀਂ ਦੱਸ ਦਿਓ। ਵੀ ਆਪਾਂ ਆਹ ਪ੍ਰੋਗਰਾਮ ਹੀ ਅੱਜ ਕਰਨਾ ਸੀ, ਸਵੇਰੇ ਆਪਣਾ ਹੋ ਨਹੀਂ ਪਾਇਆ, ਵੀ ਦੇਖਿਆ ਨੈਟ ਠੀਕ ਨਹੀਂ, ਆਪਾਂ ਡਿਸਾਈਡ ਕਰ ਲਿਆ ਵੀ ਚੱਲ 4 ਵਜੇ ਕਰਾਂਗੇ। ਜਦ ਨੈਟ ਠੀਕ ਹੋ ਗਿਆ, ਪਰ ਚਾਂਸ ਤੁਸੀਂ ਤੁਹਾਡੇ ਵੱਲੋਂ ਰਿੰਗ ਆ ਗਈ, ਨਹੀਂ ਮੈਂ ਕਰ ਲੈਣੀ ਸੀ, ਵੀ ਚੱਲ ਯਾਰ ਹੁਣ ਠੀਕ ਹੋ ਗਿਆ ਆਪਾਂ ਹੁਣ ਕਰ ਲੈਂਦੇ ਹਾਂ। ਕੋਈ ਪਲੈਨਿੰਗ ਕਰਨੀ ਪੈਂਦੀ ਹੈ ਨਾ, ਯੋਜਨਾਬੰਦੀ ਕਰਨੀ ਪੈਂਦੀ ਹੈ। ਜੇ ਯੋਜਨਾਬੰਦੀ ਤੁਸੀਂ ਨਹੀਂ ਕਰੋਗੇ, ਨਹੀਂ ਦੇਖੋਗੇ ਵੀ ਕਿੱਥੇ ਡਿਫੈਕਟ ਹੈ, ਕਿਵੇਂ ਉਹਨੂੰ ਹੱਲ ਕਰਨਾ ਹੈ, ਕੀ ਕਰਨਾ ਹੈ, ਫਿਰ ਤੁਸੀਂ ਇੱਕ ਹੀ ਬਣਾਈ ਹੱਥ ਮਾਰੀ ਜਾਓਗੇ, ਹੱਲ ਕਹਿ ਕੇ ਬਹਿ ਜਾਓਗੇ। ਉਹ ਮੈਂ ਇਹਨਾਂ ਦਾ ਹਾਲ ਦੇਖ ਰਿਹਾ ਸਿੱਖਿਆ ਤੇ ਸਿਹਤ ਤੇ, ਜਿਹੜਾ ਕਹਿੰਦੇ ਅਸੀਂ ਜ਼ੋਰ ਲਾਵਾਂਗੇ, ਕਿਉਂਕਿ ਇਹਨਾਂ ਨੇ ਜ਼ੋਰ ਲਾਵੇ ਅਸੀਂ ਦਿੱਲੀ ਮਾਡਲ ਲੈ ਆਵਾਂਗੇ। ਦਿੱਲੀ ਦੁੱਲੀ ਮਾਡਲ ਕੁਝ ਨਹੀਂ ਕਰਦਾ ਉਰੇ, ਇਹ ਮੈਂ ਤੁਹਾਨੂੰ ਅੱਜ ਵੀ ਕਹਿ ਦਿੰਦਾ। ਜਿਹੜਾ ਉਰੇ ਜੋ ਕੁਝ ਹੈਗਾ ਉਹਨੂੰ ਠੀਕ ਕਿਵੇਂ ਕਰਨਾ ਹੈ, ਇਹਦੀ ਇਹਨਾਂ ਨੇ ਭੋਰਾ ਨਹੀਂ ਤੇ ਸਟੱਡੀ ਕਰੀ। ਜਿੰਨਾ ਕੁਝ ਵੀ ਕਰ ਰਹੇ ਨੇ ਉਹ ਬਲਕਿ ਉਲਟਾ ਹੋਇਆ, ਕਹਿੰਦੇ ਜਿਉਂ ਜਿਉਂ ਦਵਾ ਕੀ ਤੇ ਉਤੋਂ ਮਰਜ਼ ਵੱਧਦਾ ਗਿਆ। ਇਹ ਸੋ ਇਹ ਰੋਗ ਨੂੰ ਨਹੀਂ ਬੁੱਝ ਰਹੇ। ਜਦ ਤੁਸੀਂ ਰੋਗ ਨਹੀਂ ਬੁੱਝੋਗੇ ਤੇ ਫਿਰ ਦਵਾਈ ਕਿੱਥੋਂ ਲੱਭੋਗੇ? ਇਹਨਾਂ ਦੋਹਾਂ ਵਿੱਚ ਤਾਂ ਰੋਗ ਬੁੱਝ ਹੀ ਨਹੀਂ ਰਹੇ। ਤੀਜੀ ਗੱਲ ਲੋਕਾਂ ਦੀ, ਹੁਣ ਜਿਹੜੀ ਤੁਸੀਂ ਕਹਿੰਦੇ ਉੱਥੇ ਨਹੀਂ, ਹੁਣ ਜਦ ਲੋਕਾਂ ਨੂੰ ਦਿਖਿਆ ਨਹੀਂ ਵੀ ਨਾ ਤਾਂ ਕੋਈ ਸਿਹਤ ਸੇਵਾ ਸੁਧਰੀ ਹੈ, ਨਾ ਕੋਈ ਸਿੱਖਿਆ ਦਾ ਸੁਧਾਰ ਹੋਇਆ, ਨਾ ਕੋਈ ਰੁਜ਼ਗਾਰ ਦਾ ਸੁਧਾਰ ਹੋਇਆ। ਰੁਜ਼ਗਾਰ ਕੋਈ 500-700 ਹਜ਼ਾਰ ਜਿਵੇਂ ਅਗਨੀਪਥ ਯੋਜਨਾ ਤੇ ਕਿਉਂ ਰੌਲਾ ਪੈ ਰਿਹਾ ਵੀ ਇੰਨਾ ਕੁ ਨੂੰ ਦੇ ਵੀ ਦੇਣਗੇ ਜੇ ਤਾਂ ਕਿੰਨਾ ਕੁ ਫਰਕ ਪਊਗਾ। ਜਿਨ੍ਹਾਂ ਨੂੰ ਉਮੀਦ ਸੀ ਕਿ 1-2 ਲੱਖ ਬੰਦੇ ਦੀ ਭਰਤੀ ਹੋਣੀ ਹੈ, ਜਿਹੜੀ ਕਿ ਪਿਛਲੇ ਕੋਰੋਨਾ ਕਾਲ 'ਚ ਹੋਈ ਨਹੀਂ, ਜਿਨ੍ਹਾਂ ਦਾ ਟੈਸਟ ਉੱਤੇ ਉਹਨਾਂ ਨੂੰ ਤੁਸੀਂ ਭਰਤੀ ਨਹੀਂ ਕਰੇ, ਫਿਰ ਉਹ ਅੱਗਾਂ ਲਾਉਣ ਲੱਗ ਗਏ। ਹਾਲਾਂਕਿ ਮੈਂ ਕੋਈ ਅੱਗਾਂ ਦੇ ਹੱਕ 'ਚ ਨਹੀਂ ਗਾ, ਪਰ ਉਹਨਾਂ ਦਾ ਆਕਰੋਸ਼ ਤਾਂ ਸਾਹਮਣੇ ਆ ਗਿਆ। ਉਹੀ ਆਕਰੋਸ਼ ਇਹਨਾਂ ਤੇ। ਇੱਕ ਗੱਲ ਇਹ, ਇਹਨਾਂ ਦਾ ਕਹਿਣਾ ਘੰਟਾ ਵਧਾ ਦਿਓ ਜੀ ਚੋਣ ਦਾ, ਇਹ ਜੀ ਝੋਨੇ ਕਰਕੇ ਨਹੀਂ ਆਏ। ਇਹਨਾਂ ਨੂੰ ਨਹੀਂ ਪਤਾ ਸੀ ਵੀ ਝੋਨਾ, ਪਹਿਲਾਂ ਕਹਿ ਦਿੰਦੇ ਕਮਿਸ਼ਨ ਨੂੰ ਕਿ ਜੀ ਤੁਸੀਂ ਚੋਣ ਜਾਂ ਤਾਂ ਕਰੋ ਨਾ, ਇੱਥੇ ਝੋਨੇ ਦਾ ਸੀਜ਼ਨ ਹੈ, ਸੰਗਰੂਰ 'ਚ ਤਾਂ ਅਸੀਂ ਡੇਟ ਡਿਸਾਈਡ ਕਰੀ ਹੋਈ ਹੈ, ਉਦੋਂ ਕਿਉਂ ਨਹੀਂ ਕਿਹਾ ਫਿਰ? ਹੁਣ ਦੂਜੀ ਗੱਲ ਇਹ ਹੈ ਵੀ ਇਹਨਾਂ ਨੂੰ ਵੀ, ਤੇ ਮੁਕਾਬਲਾ ਤਾਂ ਹੁਣ ਸਭ ਦੇ ਸਾਹਮਣੇ ਹੈ ਵੀ ਮਾਨ ਸਾਹਿਬ ਔਰ ਦੋਨਾਂ ਮਾਨਾਂ 'ਚ ਹੀ ਹੈ ਇੱਕ ਕਿਸਮ ਦਾ। ਇਹਨਾਂ ਨੇ ਆਪਦਾ ਕੈਂਡੀਡੇਟ ਵੀ ਬੜਾ, ਕਹਿਣ ਨੂੰ ਜੋ ਮਰਜ਼ੀ, ਪਾਰਟੀ ਦੇ ਨਾਂ ਸੀ ਵੋਟ ਪੈਣੀ ਸੀ, ਇੱਕ ਪਿੰਡ ਦੇ ਸਰਪੰਚ ਨੂੰ ਤੁਸੀਂ ਸਿੱਧਾ ਲੋਕ ਸਭਾ 'ਚ ਭੇਜ ਰਹੇ। ਇਹਨੂੰ ਵੀ ਪੈਰਾਸ਼ੂਟ ਨਾਲ ਉਤਾਰਨਾ ਆਪਾਂ ਆਖਾਂਗੇ। ਜਿਹੜਾ ਬੰਦਾ ਪਿੰਡ ਦਾ ਸਰਪੰਚ ਹੈ, ਪਿੰਡ ਦੇ ਵਿੱਚ ਉਹ ਸਰਪੰਚੀ 'ਚ ਏਕਾ ਨਹੀਂ ਲੋਕਾਂ ਦਾ ਉਸ ਤਰੀਕੇ ਨਾਲ, ਉੱਥੇ ਮਨਰੇਗਾ ਦੇ ਕਾਰਡ ਸਰਪੰਚ ਨੇ ਬਣਾਉਣੇ ਹੁੰਦੇ ਨੇ, ਉੱਥੇ ਉਹ ਗ੍ਰਾਮ ਸਭਾ ਲਾਗੂ ਨਹੀਂ ਕਰ ਸਕਿਆ, ਉਹ ਲੋਕ ਸਭਾ 'ਚ ਜਾ ਕੇ ਕੀ ਕਰੂਗਾ? ਉੱਥੇ ਤਾਂ ਆਜ਼ਾਦ ਸੀ ਲਾਗੂ ਕਰਨ ਵਾਸਤੇ, ਔਰ ਉਹ ਉਸ ਏਰੀਏ ਦੇ ਵਿੱਚ ਸੀ ਜਿੱਥੇ ਨੇੜੇ ਦਿਲਵੇ ਦੇ ਵਿੱਚ ਇਹਨਾਂ ਦੇ ਐਡਓਪੀ ਬੈਠੇ ਸੀ, ਦਿਲਵੇ ਤੋਂ ਚੁਣੇ ਹੋਏ, ਘਰਾਚੋਂ ਜਮੇ ਨਾਲ ਹੈ। ਸੋ ਜਦ ਤੁਸੀਂ ਉਦੋਂ ਪਿੰਡ ਦੇ ਸਰਪੰਚ ਦੇ ਤੌਰ ਤੇ ਨਹੀਂ ਕੁਝ ਕਰ ਸਕੇ, ਤਾਂ ਜਿੱਤ ਕੇ ਵੀ ਤੁਸੀਂ ਲੋਕ ਸਭਾ 'ਚ ਕੀ ਕਰੋਗੇ? ਲੋਕ ਸਭਾ 'ਚ ਤਾਂ ਤੁਹਾਡੀ ਬਹੁਤ ਵੱਡੀ ਨੁਮਾਇੰਦਗੀ ਹੁੰਦੀ ਹੈ, ਇਹ ਬਹੁਤ ਵੱਡੀ ਇੰਪੋਰਟੈਂਟ ਸੀਟ ਹੈ, ਪਰ ਤੁਸੀਂ ਉੱਥੇ ਕੀ ਕਹੋਗੇ? ਇਹਦਾ ਮਤਲਬ ਇਹਨਾਂ ਨੇ ਕੈਂਡੀਡੇਟ ਵੀ, ਇਹਨਾਂ ਕੋਲ ਕੋਈ ਕੈਂਡੀਡੇਟ ਨਹੀਂ ਸੀ ਜਿਹੜਾ ਮਤਲਬ ਕੋਈ ਉਸ ਤਰੀਕੇ ਦਾ ਹੁੰਦਾ ਜਿਹਦਾ ਕੋਈ ਮਾੜਾ ਮੋਟਾ ਨੱਕ ਨਮੂਦ ਹੁੰਦਾ। ਇਸ ਤੋਂ ਪਤਾ ਲੱਗਦਾ ਇਹਦਾ ਮਤਲਬ ਕੁਝ ਹੈ ਨਹੀਂ ਇਹਨਾਂ ਕੋਲ। ਜਾਂ ਤਾਂ ਜਿਵੇਂ ਕੋਈ ਤਾਸ਼ ਦੀ ਬਾਜੀ ਖੇਡਦਾ ਹੈ, ਜੇ ਕੋਈ ਪੱਤੇ ਹੀ ਨਾ ਹੋਣ ਫਿਰ ਤਾਂ ਉਹ ਐਵੇਂ ਡਰਾਵਾ ਹੀ ਮਾਰਦਾ ਹੁੰਦਾ ਲੋਕਾਂ ਨੂੰ। ਗੇਮ ਤਾਂ ਪੱਤਿਆਂ ਦੇ ਨਾਲ ਵੀ ਠੀਕ ਹੈ, ਗੇਮ ਖੇਡਣ ਦਾ ਵੀ ਤਰੀਕਾ ਹੈ, ਪਰ ਪੱਤੇ ਵੀ ਤਾਂ ਚਾਹੀਦੇ ਨੇ ਨਾ, ਦੋਨੇ ਗੱਲਾਂ ਇਕੱਠੀਆਂ ਚਾਹੀਦੀਆਂ ਨੇ। ਸੋ ਇਸ ਕਰਕੇ ਇਹ ਜਿਹੜੀ ਸੀ, ਲੋਕਾਂ ਨੂੰ ਐਂ ਲੱਗਿਆ
ਅਗਲੀ ਗੱਲ 1.5 ਸਾਲ ਦੀ ਸਾਰੀ ਹੈਗੀ ਹੈ, ਲੋਕਾਂ ਨੂੰ ਲੱਗਿਆ ਵੀ ਕੁਛ ਨਹੀਂ, 5-6 ਪਾਰਟੀਆਂ ਖੜੀਆਂ ਹੋ ਗਈਆਂ, ਮਾਨ ਸਾਹਿਬ ਖਾਲਿਸਤਾਨ ਦਾ ਹੀ ਉਹ ਕਰਦੇ ਰਹੇ। ਹੁਣ ਤੁਸੀਂ ਦੇਖੋ ਵੀ ਸਾਡੀ ਸਿਆਸਤ ਦਾ ਤੇ ਆਮ ਲੋਕਾਂ ਦਾ ਕਿੰਨਾ ਫਰਕ ਹੈ, ਔਰ ਮੀਡੀਆ ਦਾ ਵੀ। ਮੀਡੀਆ ਨੇ ਐਡਾ ਗੁਣਗਾਨ, ਕਿਸੇ ਨੇ ਨਹੀਂ ਕਿਹਾ ਵੀ ਭਾਈ ਵੋਟਿੰਗ ਦੀ ਸੰਭਾਵਨਾ ਵੀ ਬਹੁਤ ਘੱਟ ਹੈ। ਜਿਹੜੇ ਮੇਰੇ ਵਰਗੇ ਨੇ ਕਿਸੇ ਨੂੰ ਕਿਹਾ ਵੀ ਸ਼ਾਇਦ ਲੋਕਾਂ ਦਾ ਉਤਸ਼ਾਹ ਨਹੀਂ ਹੈ ਉਹਨਾਂ। ਤੁਹਾਨੂੰ ਪਤਾ ਹੀ ਉਹਦੇ ਸੰਗਰੂਰ ਸੀ, ਫਿਰ ਮੈਂ ਉੱਥੋਂ ਤੁਹਾਡੇ ਕੋਲੋਂ ਤਾਂ ਚਲੇ ਗਿਆ ਸੀ, ਕਾਫੀ ਮੈਂ 2 ਘੰਟੇ ਲਾਏ ਫਿਰ ਸਾਰਾ ਗੱਲ ਪਤਾ ਕਰਨ ਲਈ। ਜਿਹੜੇ ਨੇ ਵੀ ਗੱਲ ਕਰੀ ਉਹਨਾਂ ਉਤਸ਼ਾਹ ਨਾਲ ਨਹੀਂ ਕਰੀ, ਮੂੰਹ ਦੱਸਿਆ ਆਪਦਾ ਵਿਚਾਰ। ਮੈਨੂੰ ਜਿਨ੍ਹਾਂ ਨਾਲ ਵੀ ਮੈਂ ਗੱਲ ਕਰੀ, ਚਾਹੇ ਪਿੰਡ ਦਾ ਬੰਦਾ ਸੀ ਚਾਹੇ ਸ਼ਹਿਰ ਦਾ ਸੀ, ਮੇਰੇ ਕਹਿਣ ਦਾ ਮਤਲਬ ਇੰਨਾ ਹੈ ਵੀ ਉਹ ਜਿਹੜਾ ਉਤਸ਼ਾਹ ਖਤਮ ਹੋਣ ਦੀ ਨਿਸ਼ਾਨੀ ਹੈ ਵੀ ਕੋਈ SYL ਦੇ ਗੀਤ ਦਾ, ਕੋਈ ਹੋਰ ਦਾ, ਇਹ ਸੈਂਟੀਮੈਂਟਲ ਬਣਾਉਣ ਦੀਆਂ ਗੱਲਾਂ ਨੇ। ਇਹ ਇਸ਼ੂ ਜਿਹੜੇ ਨੇ ਉਹ ਇਸ਼ੂ ਨੇ ਜਿਹਦੇ ਵਿੱਚ ਬੜੇ ਉੱਥੇ ਵੀ ਰੇਜ਼ ਹੋ ਰਿਹਾ ਜੀ, ਉਹ ਮਾਨ ਸਾਹਿਬ ਨੇ ਤਾਂ ਫਿਰ BJP ਦੇ ਨਾਲ ਆਏ ਬੈਠੇ ਨੇ, ਆਏ ਫਲਾਣਾ ਹੈ, ਬੜਾ ਕੁਝ ਕਿਹਾ ਜਾ ਰਿਹਾ ਹੈ। ਕੇਂਦਰ ਦੀ ਸਰਕਾਰ ਦੀ ਸਕੀਮ ਹੈ, ਕੇਂਦਰ ਚਾਹੁੰਦੀ ਆ ਵੀ ਇੱਥੇ ਹੁਣ ਜਿਹੜੇ ਹਰਿਆਣਾ ਤੇ ਪੰਜਾਬ ਦੇ ਮੁੱਦੇ ਨੇ ਇਹ ਆਪਸ ਵਿੱਚ ਲੜਾਈ ਵਾਲੇ ਮੁੱਦੇ ਖੜੇ ਹੋਣ। ਪੰਜਾਬ ਦੇ ਲੋਕ ਤਾਂ ਚਾਹੁੰਦੇ ਨਹੀਂ, ਸੰਗਰੂਰ ਦੇ ਲੋਕ ਬਹੁਤਾ ਹੀ ਨਹੀਂ ਚਾਹੁੰਦੇ, ਉਹ ਤਾਂ ਬਹੁਤ ਹੀ ਮਤਲਬ ਇਸ ਪੱਖੋਂ ਨਹੀਂ ਆਇਆ। ਜਿਵੇਂ ਜਿਹੜਾ ਖਾੜਕੂ ਲਹਿਰ ਸੀ ਉਹ ਵੀ ਉੱਥੇ ਐਂਡ 'ਚ ਆਈ ਸੀ, ਤੇ ਜਿਹੜੀ ਨਕਸਲਾਈਟ ਦੀ ਲਹਿਰ ਸੀ ਉਹ ਵੀ ਐਂਡ 'ਚ ਹੀ ਆਈ ਸੀ। ਸੋ ਇਸ ਕਰਕੇ ਉੱਥੇ ਇਸ ਗੱਲ ਦੇ ਬਾਵਜੂਦ ਇਹਨਾਂ ਨੇ ਮੁੱਦਾ ਹੀ ਇਹੀ ਬਣਾ ਲਿਆ, ਸਿੱਧੂ ਮੂਸੇਵਾਲੇ ਦਾ ਕਤਲ, SYL। ਕੋਈ ਮੁੱਦਾ ਪੰਜਾਬ ਦਾ ਉਸ ਚੋਣ ਦੇ ਵਿੱਚ ਡਿਸਕਸ ਨਹੀਂ ਕਰਿਆ, ਕਿਉਂਕਿ ਲੋਕ ਸਭਾ ਦੀ ਚੋਣ ਸੀ। ਊਂ ਤਾਂ 1 ਸੀਟ ਦੀ ਬਾਈ ਇਲੈਕਸ਼ਨ ਤੇ ਮੁੱਦੇ ਨਹੀਂ ਫੋਕਸ ਹੁੰਦੇ, ਲੋਕ ਸਭਾ ਦੀ ਚੋਣ ਦੇ ਉੱਤੇ ਘੱਟੋ ਘੱਟ ਮੁੱਦੇ ਇਹ ਤਾਂ ਫੋਕਸ ਕਰਦੇ, ਇਹ ਜਾਂ ਇਹਨਾਂ ਦਾ ਕੈਂਡੀਡੇਟ, ਬਾਕੀਆਂ ਨੇ ਤਾਂ ਕਰਨੇ ਨਹੀਂ ਸੀ। ਬਾਕੀਆਂ ਨੇ ਤਾਂ ਇਹੀ ਕਹਿਣਾ ਸੀ ਵੀ ਅਸੀਂ ਤਾਂ 3 ਫੁੱਟੀ ਕਿਰਪਾਨ ਲੈ ਕੇ ਜਾਵਾਂਗੇ, ਜਾਂ ਅਸੀਂ ਕੀ ਕਰਾਂਗੇ ਕੀ ਨਹੀਂ, ਬੰਦੀ ਸਿੰਘਾਂ ਦੀ ਰਿਹਾਈ ਕੀ ਹੈ। ਉਹਨਾਂ ਨੇ ਜਿਹੜਾ ਬਾਕੀ ਮੁੱਦੇ ਨਹੀਂ ਫੋਕਸ ਕਰਨੇ ਸੀ, ਪਰ ਇਹ ਤਾਂ ਕਹਿ ਸਕਦੇ ਸੀ ਵੀ ਜਿਹੜਾ ਪੰਜਾਬੀ ਨਾਲ ਧੱਕਾ ਹੋ ਰਿਹਾ ਹੈ, ਜਿਹੜਾ ਸਾਡੇ ਨਾਲ ਇਸ ਗੱਲ 'ਚ ਧੱਕਾ ਹੋ ਰਿਹਾ BBMB ਦੇ ਮਾਮਲੇ 'ਤੇ, ਜਿਹੜਾ ਪੰਜਾਬ ਯੂਨੀਵਰਸਿਟੀ ਵਾਲਾ ਸਾਡੇ ਨਾਲ ਧੱਕਾ ਕਰਿਆ ਜਾ ਰਿਹਾ, ਜਿਹੜੇ ਸਿਲੇਬਸ ਬਦਲੇ ਜਾ ਰਹੇ ਨੇ, ਸਾਡੇ ਇਤਿਹਾਸ ਬਦਲਿਆ ਜਾ ਰਿਹਾ, ਉਹਦੇ ਉੱਤੇ ਜਿਹੜਾ ਕੇਂਦਰ ਜਿਹੜਾ 50 ਕਿਲੋਮੀਟਰ 'ਚ ਲਾਤੀ, ਪਹਿਲੇ ਬੋਲਦੇ ਨਹੀਂ ਅਸੀਂ ਬੋਲਾਂਗੇ, ਇਹ ਗੱਲਾਂ ਤਾਂ ਉਹ ਫੋਕਸ ਕਰ ਹੀ ਸਕਦੇ ਸੀ ਨਾ, ਹੈ ਕਿ ਵੀ ਜਿਹੜਾ ਸਾਡਾ RDF ਹੈ, ਇਹ ਤਾਂ ਬਲਕਿ ਉਦੋਂ ਦੀ ਵੀ ਜਿਹੜੀ ਫਸਲ ਹੈ MSP ਵਾਸਤੇ ਅਸੀਂ ਤੁਹਾਡੇ ਨਾਲ ਰਲਾਂਗੇ ਕਿਸਾਨਾਂ ਦੇ, ਇਹਨਾਂ ਨੇ ਇੱਕ ਦਿਨ ਨਹੀਂ ਕਿਹਾ। ਇਹ ਕਹਿੰਦੇ ਵੀ MSP ਵਾਸਤੇ ਅਸੀਂ ਕਿਸਾਨਾਂ ਦੇ ਨਾਲ ਮੋਢਾ ਜੋੜ ਕੇ ਖੜਾਂਗੇ, ਜਿੰਨਾ MSP 'ਚ ਸਾਡੇ ਵੱਲੋਂ ਸਾਡੇ ਕੋਲ ਜਿੰਨਾ ਕੁ ਪੈਸਾ ਹੋਇਆ ਉਹਦੇ ਨਾਲ ਅਸੀਂ MSP ਲਾਗੂ ਕਰਾਂਗੇ। ਹਾਲਾਂਕਿ ਕਹਿਣਗੇ ਅਸੀਂ ਮੂੰਗੀ ਦੀ ਕੱਚੀ ਜੀ, ਅਸੀਂ ਮੂੰਗੀ ਖਰੀਦ ਵੀ ਲਈਏ, ਅਸੀਂ ਕਣਕ ਮਾਜੂ ਵੀ ਖਰੀਦ ਲਈ ਸੀ, ਉਹ ਤਾਂ ਬਾਅਦ 'ਚ ਕੇਂਦਰ ਨੂੰ ਜਦ ਲੋੜ ਪੈਗੀ ਤਾਂ ਉਹਨੇ ਕਿਹਾ ਵੀ ਹਾਂ ਮਨਜ਼ੂਰ ਹੈ। ਇਹ ਗੱਲਾਂ ਫੋਕਸ ਨਹੀਂ ਕਰੀਆਂ, ਕਿਉਂਕਿ MSP ਤਾਂ ਕੇਂਦਰ ਨੇ ਦੇਣੀ ਹੈ ਮੁੱਖ ਤੌਰ ਤੇ। MSP ਕਿਸਾਨਾਂ ਦਾ ਏਡਾ ਵੱਡਾ ਸਟਰਗਲ ਹੋ ਕੇ ਹਟਿਆ। ਫਿਰ ਕਹਿੰਦੇ ਵੀ ਜਿਹੜੇ ਕਿਸਾਨਾਂ ਤੇ ਕੇਸ ਨੇ ਹੋਰ ਨੇ, ਜੋ ਪੰਜਾਬ 'ਚ ਕਿਸਾਨਾਂ ਦੇ ਇਹ ਸਟਰਗਲ ਨਾਲ ਮਸਲੇ ਨੇ, ਉਹ ਅਸੀਂ ਸਾਰਾ ਕੱਲਾ ਹੱਲ ਕਰਾਂਗੇ। ਕੋਈ ਨਹੀਂ ਕਿਹਾ, ਚਾਹੇ ਕੇਂਦਰ ਤੋਂ ਕਰਾਉਣਾ ਪਵੇ, ਤੁਹਾਡੇ ਨਾਲ ਜਾਣਾ ਪਵੇ, ਅਸੀਂ ਜਾਵਾਂਗੇ। ਲਖੀਮਪੁਰ ਖੇੜੀ ਦੇ ਵਿੱਚ ਜੋ ਹੋਇਆ ਉਹ ਤੇ ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ। ਤੁਸੀਂ ਜਿਹੜੇ ਐਡੇ ਵੱਡੀ ਐਜੀਟੇਸ਼ਨ ਪੰਜਾਬ 'ਚ ਸ਼ੁਰੂ ਹੋਈ, ਪੂਰੇ ਮੁਲਕ ਦੀ ਐਜੀਟੇਸ਼ਨ ਬਣ ਗਈ, ਜਾਂ ਜਿਹੜੇ ਤੁਹਾਡੇ ਪੰਜਾਬ ਤੇ ਵਰਸਸ ਕੇਂਦਰ ਦੇ ਮਸਲੇ ਨੇ, ਉਹ ਤੁਸੀਂ ਗੱਲ ਹੀ ਨਹੀਂ ਕਰੀ। ਤੁਸੀਂ ਗੱਲ ਕੀ ਕਰੀ ਵੀ ਅਸੀਂ ਭ੍ਰਿਸ਼ਟਾਂ ਨੂੰ ਫੜ ਕੇ ਅੰਦਰ ਦੇਵਾਂਗੇ, ਇਦੋਂ ਅੱਗੇ ਤਾਂ ਕੋਈ ਗੱਲ ਨਹੀਂ ਕਰੀ ਨਾ। ਜੇ ਇਦੋਂ ਅੱਗੇ ਕੋਈ ਗੱਲ ਕਰੀਏ ਤਾਂ ਦੱਸ ਦੇਣ। ਹਾਂਜੀ ਬਿਲਕੁਲ ਡਾਕਟਰ ਸਾਹਿਬ, ਇੱਥੇ ਸਵਾਲ ਖੜਾ ਹੁੰਦਾ ਹੈ ਕਿ ਖੁੱਲ੍ਹ ਕੇ ਸਟੈਂਡ ਕਿਉਂ ਨਹੀਂ ਲਿਆ ਜਾਂਦਾ ਪੰਜਾਬ ਦੇ ਹੱਕ ਦੇ ਵਿੱਚ, ਜਦੋਂ ਹੁਣ ਸੰਪੂਰਨ ਸਰਕਾਰ ਇੱਥੇ ਬਣ ਗਈ ਹੈ, 92 ਸੀਟਾਂ ਨੇ ਤੁਹਾਡੇ ਕੋਲ, SYL ਦੇ ਮੁੱਦੇ ਦੇ ਉੱਤੇ ਜੇ ਸਿੱਧੂ ਮੂਸੇਵਾਲੇ ਦਾ ਗਾਣਾ ਆਉਂਦਾ ਤਾਂ ਕਿਤੇ ਜਾ ਕੇ ਚਰਚਾ ਛਿੜਦੀ ਹੈ, ਉਹਦੇ 'ਚ ਵੀ ਪਾਜ ਖੁੱਲ੍ਹਦੇ ਨੇ ਕਿ ਆਮ ਆਦਮੀ ਪਾਰਟੀ ਦੇ ਹਰਿਆਣੇ ਦੇ ਰਾਜ ਸਭਾ ਮੈਂਬਰ ਕੀ ਕਰਦੇ ਨੇ, ਤੇ ਪੰਜਾਬ ਵਾਲੇ ਜਿਹੜੇ ਉਹਨਾਂ ਦੇ MLAs ਨੇ ਉਹ ਕਿਸ ਤਰ੍ਹਾਂ ਦਾ ਸਟੈਂਡ ਰੱਖਦੇ ਨੇ। ਕੋਈ ਕਹਿੰਦਾ ਮੂਸੇਵਾਲੇ ਦਾ ਗਾਣਾ ਸਹੀ ਹੈ, ਪੰਜਾਬ ਦੇ ਪਾਣੀ ਨਹੀਂ ਜਾਣਗੇ ਹਰਿਆਣੇ ਨੂੰ, ਪਰ ਹਰਿਆਣੇ ਬੈਠੇ ਆਮ ਆਦਮੀ ਪਾਰਟੀ ਵਾਲੇ ਕੁਝ ਹੋਰ ਬੋਲੀ ਬੋਲਦੇ ਨੇ। ਇੱਥੇ ਗੱਲ ਸਾਰੀ ਹੁੰਦੀ ਹੈ ਕਿ ਆਖਿਰਕਾਰ ਕਿਉਂ ਨਹੀਂ ਸਟੈਂਡ ਕਲੀਅਰ ਕਰਦੇ ਆਪਣਾ, ਕਿ ਮਨਸ਼ਾ ਕੀ ਹੈ ਪੰਜਾਬ ਨੂੰ ਲੈ ਕੇ। ਨਹੀਂ ਇਕੱਲਾ ਪੰਜਾਬ ਨਹੀਂ ਹੈ, ਇਹੀ ਕਾਰਨ ਹੈ ਪਹਿਲਾਂ ਵੋਟਾਂ 'ਚ ਲੋਕ ਨਹੀਂ ਗਏ ਵੀ ਛੱਡ ਯਾਰ ਕੀ ਲੈਣਾ ਆਪਾਂ। 45.3% ਵੋਟ ਪਈ ਹੈ ਸਾਰੀ ਹੋਈ, ਉਹ ਵੀ ਜੋਰ ਲਾ ਕੇ ਪੂਰਾ। ਮਤਲਬ ਅੱਧੇ ਲੋਕ ਤਾਂ ਇਹ ਚਾਹੁੰਦੇ ਨਹੀਂ ਵੀ ਚੋਣ ਹੋਵੇ, ਇਹਦਾ ਮਤਲਬ ਇਹ ਹੋਇਆ। ਐ ਨਹੀਂ ਵੀ ਉਹ ਚੋਣ ਤੋਂ ਦੁਖੀ ਨੇ, ਚੋਣ ਨਹੀਂ ਚਾਹੁੰਦੇ, ਕਹਿੰਦੇ ਇਹਨੇ ਚੁਣ ਕੇ ਕੀ ਕਰਾਂਗੇ। ਇੱਕ ਕਿਸਮ ਦਾ ਨੋਟਾ ਦੱਬਣ ਦੀ ਬਜਾਏ ਉਹ ਘਰ ਹੀ ਬਹਿ ਗਏ। ਹੈ ਤਾਂ ਨੋਟਾ ਹੀ 70-75% ਪੋਲਿੰਗ ਹੁੰਦੀ ਆਮ ਤੌਰ ਤੇ, ਚਲੋ 65 ਹੋ ਜਾਂਦੀ, 45 ਰਹਿਣਾ ਮਤਲਬ ਲੋਕਾਂ ਨੇ 20% ਨੇ ਤਾਂ ਘੱਟੋ ਘੱਟ ਪੱਕਾ ਫੈਸਲਾ ਕਰੇ ਵੀ ਅਸੀਂ ਨਹੀਂ ਜਾਣਾ। 3 ਮਹੀਨੇ ਪਹਿਲਾਂ ਤਾਂ ਵੋਟ ਪਾ ਕੇ ਹਟੇ ਨੇ ਐਡੀ ਵੱਡੀ ਇਹਨਾਂ ਨੂੰ। ਇੱਕ ਗੱਲ ਇਹ ਤਾਂ ਸਮਝੇ 9 ਦੇ 9 ਐਵੇਂ ਦੇ ਇਹਨਾਂ ਦੇ ਨੇ। ਬਿਲਕੁਲ। ਸੋ ਇਸ ਕਰਕੇ ਮੁੱਖ ਮੰਤਰੀ ਉੱਥੋਂ
ਵਿੱਤ ਮੰਤਰੀ ਉੱਥੋਂ, ਸਿੱਖਿਆ ਮੰਤਰੀ ਉੱਥੋਂ। ਤੁਸੀਂ ਫਰਕ ਦੇਖੋ, 3 ਮੰਤਰੀ ਨੇ ਉਸ ਏਰੀਏ ਦੇ 9 MLA 'ਚ। ਇਹ ਗੱਲ ਛੋਟੀ ਨਹੀਂ ਹੈ ਵੀ ਤੁਹਾਡੇ 3 ਮੰਤਰੀਆਂ ਦਾ ਕੀ ਨੱਕ ਰਹਿ ਗਿਆ, ਜਿਨ੍ਹਾਂ 'ਚ ਇੱਕ ਮੁੱਖ ਮੰਤਰੀ ਹੈ, ਇੱਕ ਵਿੱਚ ਅੱਡ ਵੱਡੇ ਉਹਦੇ ਨੇ। ਇਹਦਾ ਮਤਲਬ ਤੁਹਾਡੀ ਲੋਕ ਨਹੀਂ ਸੁਣਦੇ। ਤੁਸੀਂ ਮੰਤਰੀ ਜ਼ਰੂਰ ਬਣ ਗਏ, ਤੁਹਾਨੂੰ ਵੋਟਾਂ ਜ਼ਰੂਰ ਪਾਤੀਆਂ ਹੈ, ਤੇ ਤੁਹਾਨੂੰ 50-50 60-60 ਹਜ਼ਾਰ ਤੇ ਜਿਤਾਤਾ, ਪਰ ਤੁਹਾਨੂੰ ਨਹੀਂ ਮੰਨਦੇ। ਜੇ ਮੰਨਦੇ ਹੁੰਦੇ ਤਾਂ ਵੋਟ ਪਾਉਂਦੇ ਨਾ। 3 ਮਹੀਨੇ 'ਚ ਤਾਂ ਕੋਈ ਐਡੀ ਵੱਡੀ ਗੱਲ ਨਹੀਂ ਹੋ ਗਈ ਸੀ, ਕੋਈ ਬਿੱਲੀ ਨਹੀਂ ਛਿੱਕ ਗਈ ਸੀ। ਇਹਨਾਂ ਨੂੰ ਲੱਗਦਾ ਵੀ ਅਸੀਂ ਤਾਂ। ਸੋ ਜੇ ਤੁਸੀਂ ਐਵੇਂ ਹੀ ਆਪਦੇ ਨਾ ਧੁੱਪੇ ਬੈਠ ਕੇ ਖੁਸ਼ ਹੋਈ ਜਾਓ ਤੇ ਉਹਦਾ ਕੋਈ ਫਾਇਦਾ ਨਹੀਂ ਹੈ। ਇਹਨਾਂ ਨੇ ਉਸ ਧੁੱਪ ਦੇ ਵਿੱਚ ਜਿਹੜੀ 92 ਸੀਟਾਂ ਆਈਆਂ, ਉਹਦੇ 'ਚ ਇਹ ਕੁਛ ਇਹਨਾਂ ਨੂੰ ਹੋ ਗਿਆ। ਲੋਕਾਂ ਦਾ ਜਿਹੜਾ ਤੁਹਾਡਾ ਸਵਾਲ ਹੈ, ਅੱਜ ਕੇਂਦਰ ਦੀ ਇਹ ਲੋੜ ਹੈ ਕਿ ਪੰਜਾਬ ਤੇ ਹਰਿਆਣੇ ਦਾ ਝਗੜਾ ਕਰਾਇਆ ਜਾਵੇ, ਕਿਉਂਕਿ ਕੇਂਦਰ ਦੀ ਪਿੱਠੀ ਇਸ ਗੱਲ ਚੱਲ ਗਈ ਕਿ ਪੰਜਾਬ ਤੇ ਹਰਿਆਣਾ ਇਕੱਠੇ ਹੋ ਗਏ, ਯੂਪੀ ਇਕੱਠਾ ਹੋ ਗਿਆ ਨਾਲ। ਉਹਨੂੰ ਤੋੜਨ ਵਾਸਤੇ ਉਹਨਾਂ ਨੇ BBMB ਦਾ ਮੁੱਦਾ ਲਿਆਂਦਾ, ਉਹਨਾਂ ਨੇ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਲਿਆਂਦਾ, ਉਹਨਾਂ ਨੇ ਖੱਟੜ ਸਾਹਿਬ ਨੇ ਬਿਆਨ ਦਿੱਤਾ ਵੀ ਅਸੀਂ ਤਾਂ ਆਪਣੀ ਵਿਧਾਨ ਸਭਾ ਵੱਖਰੀ ਬਣਾਉਣੀ ਹੈ। ਤੇ ਆਹ ਜਿਹੜਾ ਹੈ ਸਿੱਧੂ ਮੂਸੇਵਾਲੇ ਦਾ ਗਾਣਾ, ਇਹ ਤੋਂ ਇਹ ਪਤਾ ਲੱਗਦਾ ਸਾਡਾ ਸਿਆਸਤਦਾਨ ਕਿੰਨਾ ਕਮਜ਼ੋਰ ਹੈ। ਜਿੱਧਰ ਨੂੰ ਹਵਾ ਲੱਗੀ, ਜਿੱਧਰ ਨੂੰ ਹਵਾ 'ਚ ਤਾਂ ਲੋਕ ਤਾਂ ਗਏ ਨਹੀਂ, ਜਿੱਧਰ ਨੂੰ ਹਵਾ ਲੱਗੀ ਲੋਕ ਤਾਂ 55% ਲੋਕਾਂ ਨੇ ਹਵਾ ਨਾਲ ਚੱਲਣ ਤੋਂ ਨਾ ਕਰਤੀ। ਪਰ ਬੁੱਧੀਜੀਵੀ, ਪ੍ਰੈਸ, ਵਿਰੋਧੀ ਪਾਰਟੀਆਂ, ਰਾਜ ਕਰਦੀਆਂ ਪਾਰਟੀਆਂ, ਉਹ ਗੀਤ ਦੇ ਵਹਿਣ 'ਚ ਬਹਿ ਗਈਆਂ। ਜੇ ਨਹੀਂ ਬਈਆਂ ਤਾਂ ਦੱਸ ਦਿਓ। ਬਿਲਕੁਲ। ਤੇ ਫਿਰ ਇਹ ਤੋਂ ਇਹ ਪਤਾ ਲੱਗਦਾ ਹੈ, ਇਹ ਟੈਸਟ ਹੁੰਦਾ ਹੈ, ਲਿਟਮਸ ਟੈਸਟ ਹੁੰਦਾ ਇਹ, ਵੀ ਆਪਾਂ ਦੇਖੋ ਵੀ ਆਪਾਂ ਹਵਾ ਫੈਲਾ ਕੇ ਲੋਕਾਂ ਨੂੰ ਐਂ ਲਿਜਾ ਸਕਦੇ ਹਾਂ। ਲੋਕਾਂ ਨੂੰ ਇੱਕ ਗੀਤ ਜਿੰਨਾ ਮਰਜ਼ੀ ਉਹ ਚੰਗਾ ਹੋਵੇ, ਜਿੰਨਾ ਮਰਜ਼ੀ ਹੋਵੇ, ਇੱਕ ਗੀਤ ਨਾਲ ਸਮਾਜ ਬਦਲ ਜਾਂਦਾ। ਜੇ ਸਮਾਜ ਬਦਲਣ ਵਾਲਾ ਗੀਤ ਹੋਵੇ ਤਾਂ ਲੋਕਾਂ ਦੀ ਲਹਿਰ ਦਾ ਹੁੰਦਾ ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਹੋਵੇ, ਲੁੱਟ ਲਿਆ ਤੇਰਾ ਮਾਲ ਜੱਟਾ, ਲੁੱਟ ਲਿਆ ਤੇਰਾ ਮਾਲ ਹੋਵੇ। ਉਹ ਤਾਂ ਗੀਤ ਹੈ ਨਹੀਂ, ਇਹ ਤਾਂ ਝਗੜੇ ਵਾਲਾ ਗੀਤ ਹੈ। ਫਿਰ ਕਈਆਂ ਨੇ ਕਿਹਾ ਨਹੀਂ ਜੀ, ਉਹਨੇ ਤਾਂ ਆਖਿਆ ਪੰਜਾਬ ਹਰਿਆਣਾ ਹਿਮਾਚਲ ਇਕੱਠੇ ਕਰ ਲੈਣੇ ਅਸੀਂ। ਤੁਹਾਡੇ ਖਿਆਲ 'ਚ ਇਕੱਠੇ ਹੋ ਜਾਣਗੇ ਹੁਣ? ਫਿਰ ਉਹ ਹਕੀਕਤ ਕੀ ਰਹਿ ਗਈ? ਜਿਹੜੇ ਇਕੱਠੇ ਹੋ ਹੀ ਨਹੀਂ ਸਕਦੇ, ਤੁਸੀਂ ਪ੍ਰਪੋਜ਼ਲ ਉਹ ਦੇਤੀ ਚੱਕ ਕੇ, ਇਕੱਠੇ ਤਾਂ ਹੋਣੇ ਨਹੀਂ। ਤੁਹਾਡਾ ਬੈਲੈਂਸ ਕੀ ਹੁੰਦਾ ਵੀ ਇਹ ਵੰਡੇ ਗਲਤ ਗਏ ਸੀ। ਜੇ ਆਪਾਂ ਦੇਖੀਏ ਹਕੀਕਤ ਕੀ ਹੈ ਇਸ ਮਾਮਲੇ 'ਚ, ਔਰ ਸਾਡਾ ਸਿਆਸਤਦਾਨ ਕੀ ਕਰ ਰਿਹਾ ਹੈ, ਸਾਡਾ ਬੁੱਧੀਜੀਵੀ ਕੀ ਕਰ ਰਿਹਾ ਹੈ, ਸਾਡੀ ਪ੍ਰੈਸ ਕੀ ਕਰ ਰਹੀ ਹੈ, ਸਾਡੇ ਜਿਹੜੇ ਵੋਕਲ ਬੰਦੇ ਨੇ ਲੋਕਾਂ 'ਚ, ਓਪੀਨੀਅਨ ਮੇਕਰ ਜਿਹਨੂੰ ਆਪਾਂ ਕਹਿੰਦੇ ਰਾਏ ਬਣਾਉਣ ਵਾਲੇ, ਉਹ ਕੀ ਕਰ ਰਹੇ ਨੇ। ਸਭ ਨੂੰ ਪਤਾ ਹੈ ਕਿ ਪੰਜਾਬ ਦੀ ਜਿਹੜੀ ਵੰਡ ਹੋਈ ਆ, ਇਹ ਗਲਤ ਵੀ ਹੋਈ ਹੈ, ਹੋਣੀ ਨਹੀਂ ਚਾਹੀਦੀ ਸੀ। ਜੇ ਹੋਈ ਉਹਦੇ ਹਾਂ ਇਨਸਾਫ ਨਹੀਂ ਹੋਇਆ। ਇਹ ਦੋ ਗੱਲਾਂ ਹੈਗੀਆਂ ਕਿ ਨਹੀਂ? ਇਹ ਤੁਸੀਂ ਕਿਸੇ ਤੋਂ ਅੱਜ ਕਰਾ ਲਓ, ਪੰਜਾਬੀ ਸਾਈਡ ਕਰਾ ਲਓ, ਵੋਟਾਂ ਕਰਾ ਲਓ, ਜਨਮਤ ਕਰਾ ਲਓ, ਤੁਹਾਡੇ ਸਾਹਮਣੇ ਆ ਜਾਓ, ਹਾਂ ਜੀ ਵੰਡਣਾ ਹੀ ਨਹੀਂ ਚਾਹੀਦਾ। ਪਰ ਜੇ ਵੰਡਿਆ ਸੀ ਤਾਂ ਘੱਟੋ ਘੱਟ ਨਿਆਇਕ ਵੰਡ ਕਰਦੇ, ਠੀਕ ਹੈ। ਪਰ ਹੁਣ ਤਾਂ ਇਕੱਠੇ ਨਹੀਂ ਹੋ ਸਕਦੇ। ਸੋ ਗੀਤ ਤਾਂ ਇਹ ਹੋਣਾ ਚਾਹੀਦਾ ਸੀ ਵੀ ਇਹਨਾਂ ਨੇ ਵੰਡ ਕੇ ਨਿਆਏ ਵੀ ਨਹੀਂ ਕਰਿਆ, ਤੇ ਸਾਡੇ ਪਾਣੀਆਂ ਦਾ ਵੀ ਝਗੜਾ ਪਾਈ ਰੱਖਿਆ, ਚੰਡੀਗੜ੍ਹ ਦਾ ਵੀ ਪਾਈ ਰੱਖਿਆ, ਪੰਜਾਬੀ ਬੋਲੀ ਦਾ ਵੀ ਪਾਈ ਰੱਖਿਆ, ਹੁਣ ਪੰਜਾਬ ਯੂਨੀਵਰਸਿਟੀ ਪਾਤਾ। ਗੀਤ ਤਾਂ ਉਹ ਗੀਤ ਤਾਂ ਕੋਈ ਸਾਰਥਕ ਗੱਲ ਨੂੰ ਲੈ ਕੇ ਜਾਂਦਾ। ਤੁਸੀਂ ਕਹਿੰਦੇ ਹੋ ਜੀ ਇਹਦੇ 2.5 ਕਰੋੜ 3 ਕਰੋੜ 4 ਕਰੋੜ ਫੋਲੋਅਰ ਹੋ ਗਏ, ਮੰਨ ਲਿਆ। ਮੈਂ ਕਹਿੰਦਾ 20 ਕਰੋੜ ਫੋਲੋਅਰ ਹੋ ਜਾਣ। ਇਹ ਤੋਂ ਇਹ ਪਤਾ ਲੱਗਦਾ ਹੈ ਵੀ ਅਸੀਂ ਕਿੱਧਰ ਨੂੰ ਲੈ ਗਏ ਗੱਲ ਨੂੰ। ਗੱਲ ਅਸੀਂ ਕਿੱਥੇ ਲੈ ਗਏ? ਸੈਂਟੀਮੈਂਟਲ। ਇਹੀ ਤਾਂ ਬਾਹਰਲੇ ਵਿਦੇਸ਼ੀ ਕਰਦੇ ਨੇ, ਇਹੀ ਅਸੀਂ ਕਰੇ, ਇਹੀ ਕੇਂਦਰ ਦੀ ਸਰਕਾਰ ਚਾਹੁੰਦੀ ਹੈ ਵੀ ਇਹਨਾਂ ਨੂੰ ਐਂ ਦਬਲ ਲਓ। ਸੋ ਉਸ ਪਾਸੇ ਨੂੰ ਅਸੀਂ ਲੱਲਾ ਕਰਕੇ ਪੈ ਜਾਂਦੇ ਹਾਂ। ਅਸੀਂ ਉਹਦੀ ਛਾਣਬੀਨ ਕਰਨ ਦੀ ਬਜਾਏ ਉਸ ਨੂੰ ਇਨ ਬਿਨ ਸੱਚ ਮੰਨ ਲੈਂਦੇ ਹਾਂ। ਤੇ ਕਿਉਂਕਿ ਸਾਡੇ ਕੋਲ ਆਪਦੇ ਕੋਲ ਕੁਝ ਹੈ ਨਹੀਂ। ਅੱਜ ਸਾਡੇ ਕੋਲ ਮਸਲਾ ਇਹ ਸੀ ਕਿ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਯੂਪੀ, ਰਾਜਸਥਾਨ, ਇਹਨਾਂ ਦੇ ਇਕੱਠੇ ਹੋਣ ਦਾ ਮਸਲਾ ਨਹੀਂ ਹੈ, ਇਹਨਾਂ ਦੇ ਏਕੇ ਦਾ ਮਸਲਾ ਹੈ। ਹੱਦਾਂ ਇਹਨਾਂ ਦੀਆਂ ਰਹਿਣਗੀਆਂ, ਏਕਾ ਚਾਹੀਦਾ। ਏਕੇ ਦੇ ਨਾਲ ਸਾਰੇ ਮਸਲੇ ਹੱਲ ਕਰੋ, ਝਗੜਾ ਕਰਨ ਦੀ ਬਜਾਏ। ਏਕੇ ਦੇ ਨਾਲ ਕੇਂਦਰ ਸਰਕਾਰ ਤੋਂ ਆਪਦੇ ਹੱਕ ਲਓ, ਉਹ ਤਾਂ ਕਰਿਆ ਨਹੀਂ ਜਾ ਰਿਹਾ। ਏਕੇ ਨਾਲ ਇੱਥੋਂ ਦੀ ਬੇਰੁਜ਼ਗਾਰੀ ਦੂਰ ਕਰੋ, ਭਾਈਚਾਰਾ ਮੇਨਟੇਨ ਰੱਖੋ। ਇਹ ਗੱਲ ਤਾਂ ਕਿਸੇ ਨੇ ਗਾਈ ਨਹੀਂ, ਪਰ ਸਿਆਸਤਦਾਨ ਨਹੀਂ ਚਾਹੁੰਦਾ। ਸੋ ਇਸ ਕਰਕੇ ਸਿਆਸਤਦਾਨ ਵੀ ਇਹੀ ਕੁਛ ਕਰਦਾ ਹੈ। ਹੁਣ ਕਿਉਂ ਮੈਂ ਕਹਿਣਾ,
ਬੰਦਾ ਨਾ ਸਿਆਸਤਦਾਨ ਰੋਜ਼ ਆਪਾਂ ਨੂੰ ਪਤਾ ਹੀ ਹੈ ਜੋ ਕੁਛ ਹੁਣ ਸਾਹਮਣੇ ਆ ਰਿਹਾ ਸਭ ਦੇ, ਪਰ ਉਹ ਇੱਕ ਦਿਨ ਜਾਂਦਾ ਲੋਕਾਂ ਨੂੰ 4 ਡੋਡੀ ਪੌਪ ਦਿੰਦਾ, ਉਹ ਕਹਿੰਦਾ ਬੱਲੇ ਬੱਲੇ ਕਿੱਦਾਂ ਪਾਉਣ ਲੱਗ ਜਾਂਦੇ ਵੀ ਤਾਂ ਕਮਾਲ ਕਰ ਗਿਆ ਅੱਜ ਤਾਂ। ਉਹ ਭਾਈ ਇੱਕ ਦਿਨ ਕਮਾਲ ਕਰ ਗਿਆ, ਲੁੱਟਿਆ ਤਾਂ ਤੁਹਾਨੂੰ ਰੋਜ਼ ਹੀ ਆ। ਇਸੇ ਤਰ੍ਹਾਂ ਜਿਹੜਾ ਮੈਨੂੰ ਪਤਾ ਮੈਂ ਜੋ ਬੋਲ ਰਿਹਾ ਇਹਦਾ ਰਿਐਕਸ਼ਨ ਕੀ ਹੋਏਗਾ, ਮੈਨੂੰ ਪਤਾ ਇਸ ਗੱਲ ਦਾ, ਪਰ ਮੈਂ ਨਹੀਂ ਕਹਿਣੋਂ ਹਟ ਸਕਦਾ। ਮੇਰੀ ਜ਼ਬਾਨ ਨਹੀਂ ਬੰਦ ਹੋ ਸਕਦੀ ਇਸ ਗੱਲ ਤੋਂ ਕਹਿਣ ਤੋਂ, ਕਿਉਂਕਿ ਮੈਨੂੰ ਲੱਗਦਾ ਹੈ ਵੀ ਪੰਜਾਬ 'ਚ ਜਿਹੋ ਜਿਹੇ ਗੀਤ ਪਹਿਲਾਂ ਗਾਏ, ਤੁਸੀਂ ਇੱਕ ਗੀਤ ਨਾਲ ਕਹਿ ਦੋਗੇ ਵੀ ਬਸ ਬਸ ਹੁਣ ਤਾਂ ਕਮਾਲ ਹੋ ਗਈ ਹੈ, ਹਾਲਾਂਕਿ ਉਹ ਵੀ ਰੈਸ਼ਨਲ ਨਹੀਂ ਹੈ। ਜੇ ਤੁਸੀਂ ਉਹਨੂੰ ਰੈਸ਼ਨਲਟੀ ਦੇ ਧਰਾਤਲ ਤੇ ਪਰਖੋਗੇ ਉਹ ਠੀਕ ਨਹੀਂ ਹੈ। ਉਹ ਇਹ ਜਿਹਾ ਹੈ ਜਿਹੜਾ ਕਿਸੇ ਡਾਕਟਰ ਮਰੀਜ਼ ਨੂੰ ਕਹੇ ਕਮਾਲ ਹੈ ਤੇਰਾ, ਹੁਣ ਸਭ ਠੀਕ ਹੋ ਜੂ, ਫਲਾਣਾ ਕਰ ਦੋ, ਇਹ ਕਰ ਦੋ, ਉਹ ਕਰ ਦੋ, ਹੱਥ ਲਾਇਆ ਨਾ ਜਾਵੇ, ਨਾ ਉਹਨੇ ਆਪ ਆਪਰੇਸ਼ਨ ਕਰਨਾ ਹੋਵੇ, ਰਾਈ ਦੇਈ ਜਾਵੇ ਲੋਕਾਂ ਨੂੰ ਵੀ ਐਂ ਕਰ ਦੋ, ਐਂ ਕਰ ਦੋ, ਐਂ ਕਰ ਦੋ, ਨਾ ਕਦੇ ਆਪ ਕਰਿਆ ਹੋਵੇ। ਜਦ ਤੱਕ ਕਰਿਆ ਹੋਵੇ ਫੇਰ ਰਾਏ ਦੇਣਾ ਹੋਰ ਗੱਲ ਹੈ। ਸਿੱਧੂ ਮੂਸੇਵਾਲੀਆ ਨੇ ਕੀ ਕੁਝ ਕਰਿਆ ਜੀਵਨ ਦੇ ਵਿੱਚ, ਉਹਦਾ ਸਾਰਾ ਇਤਿਹਾਸ ਕੱਢੋ। ਉਹਨੇ ਸਮਾਜ ਨੂੰ ਕੀ ਦਿੱਤਾ ਹੈ, ਗੀਤ ਜਿਹੜੇ ਦਿੱਤੇ ਨੇ ਉਹਨਾਂ ਦਾ ਕੀ ਮਤਲਬ ਹੈ, ਗੈਂਗਸਟਰਾਂ ਦਾ ਉਹ ਪਾਰਟ ਰਿਹਾ ਹੈ, ਇਹ ਤਾਂ ਕੋਈ ਦੋ ਰਾਏ ਨਹੀਂ ਹੈਗੀ, ਇਹ ਤਾਂ ਗੈਂਗਸਟਰ ਖੁਦ ਹੀ ਕਹਿੰਦੇ ਨੇ। ਬਿੱਡੂ ਖੇੜੇ ਦਾ ਮੌਤ ਦਾ ਉਹਦੇ ਤੇ ਦੋਸ਼ ਲਾਉਂਦੇ ਨੇ ਵੀ ਉਹ ਕੋਈ ਕਹਿੰਦਾ ਇਹ ਹੈ ਉਹ ਹੈ, ਕਹਿੰਦੇ ਨੇ ਨਾ, ਕਿਉਂਕਿ ਜਦ ਤੁਸੀਂ ਸਮਾਜ ਦੇ ਵਿੱਚ ਇਹ ਗੱਲ ਬਣਾਤੀ ਵੀ ਤੁਸੀਂ ਇਹਨਾਂ ਨੂੰ ਹੀਰੋ ਬਣਾਉਣਾ ਸ਼ੁਰੂ ਕਰਤਾ, ਕਿਉਂਕਿ ਤੁਹਾਡੇ ਕੋਲ ਆਪਦੇ ਕੋਲ ਹੈ ਕੁਝ ਨਹੀਂ। ਇੱਕ ਛੋਟੀ ਜਿਹੀ ਗੱਲ ਕਹਿ ਕੇ ਆਪਾਂ ਫਿਰ ਤੁਹਾਡੇ ਸਵਾਲ ਦਾ ਜਵਾਬ ਦੇਵਾਂਗੇ। ਇਹ ਕੀ ਕਰਦੇ ਨੇ ਇਹ ਨਾ ਜਿਹੜੇ ਸਿਆਸਤਦਾਨ ਨੇ, ਆ ਜਦ ਹੁਣ ਨਾ ਅਗਨੀਪਥ ਦੇ ਉੱਤੇ, ਅਗਨੀਵੀਰ ਦੇ ਉੱਤੇ ਐਜੀਟੇਸ਼ਨ ਸ਼ੁਰੂ ਹੋਈ, ਸਾਰੇ ਸਿਆਸਤਦਾਨ ਉਹ 'ਚ ਕੁੱਦ ਪਏ, ਕਿਉਂਕਿ ਆਪ ਤਾਂ ਇਹਨਾਂ ਨੂੰ ਐਜੀਟੇਸ਼ਨ ਕਰਨੀ ਨਹੀਂ ਆਉਂਦੀ। ਆ ਕਾਂਗਰਸੀਆਂ ਦੇ ਰਾਹੁਲ ਗਾਂਧੀ ਨੂੰ 5 ਦਿਨ ਲਗਾਤਾਰ ਈਡੀ ਤੰਗ ਕਰਦਾ ਰਿਹਾ, ਇਹ ਬੋਲ ਹੀ ਨਹੀਂ ਸਕੇ ਬਹੁਤਾ, ਐਵੇਂ ਡਰਾਮਾ ਜਿਹਾ ਕਰਿਆ, ਤੇ ਅਗਨੀਵੀਰ 'ਚ ਫਟਾਫਟ ਕੁੱਦ ਗਏ, ਕਿਉਂ? ਕਿਉਂਕਿ ਉੱਥੇ ਲੋਕ ਆਪ ਆ ਗਏ ਹੋਏ, ਇਹਨਾਂ ਵਾਲੀ ਇਹਨਾਂ ਦਾ ਆਪਦਾ ਆਧਾਰ ਨਹੀਂ ਹੈ, ਆਪਣਾ ਆਧਾਰ ਨਹੀਂ। ਇਦਾਂ ਹੀ ਜਿੱਦੇ ਕਿਸਾਨਾਂ ਦਾ ਅੰਦਰ ਦੀ ਸਾਰੇ ਤਾਹੂ ਹੋਏ ਫਿਰਦੇ ਸੀ ਵੀ ਅਸੀਂ ਉਹਦੇ ਵਿੱਚ ਜਾਈਏ, ਉਹ ਤਾਂ ਕਿਸਾਨ ਚੰਗੇ ਰਹੇ, ਉਹਨਾਂ ਕਿਹਾ ਅਸੀਂ ਨਹੀਂ ਤੁਹਾਨੂੰ ਆਉਣ ਦੇਣਾ ਉਰੇ। ਔਰ ਕਈਆਂ ਨੇ ਕ੍ਰਿਟੀਸਾਈਜ਼ ਕਰਿਆ, ਦੇਖੋ ਜੀ ਸਿਆਸਤ ਤੋਂ ਬਿਨਾਂ ਕੀ, ਸਿਆਸਤ ਇਹੀ ਹੈ ਵੀ ਜਿਹੜਾ ਮਰਜ਼ੀ ਇੱਕ ਪਿੰਡ ਦਾ ਸਰਪੰਚ ਉੱਠ ਕੇ ਮੰਨ ਲਓ ਲੋਕ ਸਭਾ ਚੜਾ ਵੀ ਗਿਆ, ਬਸ ਤੁਸੀਂ ਫਿਰ ਉਹ ਸਿਆਸਤ ਹੋ ਗਈ। ਜਿਹੜਾ ਬੰਦਾ ਉਹ ਨਹੀਂ ਕਰਦਾ ਉਹ ਸਿਆਸਤ ਨਹੀਂ ਰਿਹਾ, ਜਿਹੜਾ ਬੰਦਾ ਯੂਨੀਵਰਸਿਟੀ 'ਚ ਪ੍ਰੋਫੈਸਰ ਲੱਗ ਗਿਆ ਉਹ ਸਿਆਸਤਦਾਨ, ਉਹ ਬੁੱਧੀਜੀਵੀ ਬਣ ਗਿਆ। ਜਿਹੜਾ ਜਿੰਨਾ ਮਰਜ਼ੀ ਉਹਨੇ ਪੜ੍ਹ ਲਿਆ, ਲਿਖ ਲਿਆ, ਕਿਤਾਬਾਂ ਲਿਖੀਆਂ, ਉਹ ਬੁੱਧੀਜੀਵੀ ਹੈ ਨਹੀਂ ਹੈ। ਜਿਹਨੇ ਬੰਦੇ ਨੇ ਕੇਸ ਰੱਖ ਲਈ, ਦਾੜੀ ਰੱਖ ਲਈ, ਉਹ ਸਿੱਖਾਂ ਦਾ ਹਿਤੈਸ਼ੀ ਹੋ ਗਿਆ, ਜਿਹਦੇ ਕੇਸ ਦਾੜੀ ਹੈ ਨਹੀਂ ਉਹ ਉਹਨਾਂ ਦਾ ਦੁਸ਼ਮਣ ਹੋ ਗਿਆ। ਇਹ ਜੇ ਐਂ ਚੱਲੂਗਾ ਸਮਾਜ ਤਾਂ ਤੁਸੀਂ ਇਨਸਾਫ ਕਰ ਹੀ ਨਹੀਂ ਸਕਦੇ। ਡਾਕਟਰ ਸਾਹਿਬ, ਮਸਲੇ ਜਿਹੜੇ ਹੁੰਦੇ ਨੇ ਜੇ ਉਹ ਉਲਝਦੇ ਨੇ ਤਾਂ ਸੁਲਝਾਏ ਵੀ ਜਾ ਸਕਦੇ ਨੇ। ਐਸਵਾਈਐਲ ਦਾ ਮਸਲਾ ਕਿਸ ਢੰਗ ਨਾਲ ਸੁਲਝ ਸਕਦਾ? ਕਿਉਂਕਿ ਸਾਰੇ ਚਾਹੁੰਦੇ ਨੇ, ਪੰਜਾਬ ਵਾਲੇ ਵੀ ਚਾਹੁੰਦੇ, ਹਰਿਆਣੇ ਵਾਲੇ ਵੀ ਚਾਹੁੰਦੇ ਕਿ ਇਹਦਾ ਹੱਲ ਨਿਕਲਣਾ ਚਾਹੀਦਾ। ਸਿਆਸਤਦਾਨਾਂ ਨੇ ਤਾਂ ਇਹਨੂੰ ਇਸੇ ਤਰ੍ਹਾਂ ਮੁੱਦੇ ਨੂੰ ਮੁੱਦਾ ਬਣਾ ਕੇ ਰੱਖਣਾ, ਕਿਉਂਕਿ ਉਹਨਾਂ ਨੂੰ ਵੋਟਾਂ ਮਿਲਦੀਆਂ ਇਹਦੇ ਨਾਲ। ਦੇਖੋ, ਜੇ ਸਿਆਸਤਦਾਨਾਂ ਨੇ ਹੱਲ ਤਾਂ ਨਿਕਲਣਾ ਸਿਆਸਤ ਤੇ ਸਰਕਾਰ ਦੇ ਵਿੱਚੋਂ ਹੀ ਨਾ, ਸਰਕਾਰਾਂ ਦੀ ਮਨਸ਼ਾ ਹੀ ਮਾੜੀ ਹੈ, ਹੱਲ ਨਿਕਲਣਾ ਕੀ ਔਖਾ ਹੁੰਦਾ। ਅਸੀਂ ਰੋਜ਼ ਹੀ ਦੇਖਦੇ ਹਾਂ ਭਰਾਵਾਂ ਦੀ ਲੜਾਈ ਹੋ ਜਾਂਦੀ ਹੈ, ਕਿੱਥੇ ਕਿੱਥੇ ਤਾਂ ਕੇਸ ਐਂ ਚੱਲੀ ਜਾਂਦੇ ਹੁੰਦੇ ਨੇ, ਕਿੱਥੇ ਉਹ 1 ਮਿੰਟ 'ਚ ਹੀ ਫੈਸਲਾ ਹੋ ਜਾਂਦਾ। ਔਰ ਇਹ ਮੈਂ ਦੇਖੇ ਨੇ ਫੈਸਲੇ ਇੱਦਾਂ ਦੇ, ਮੈਂ ਖੁਦ ਕਰੇ ਨੇ ਇੱਦਾਂ ਦੇ ਫੈਸਲੇ ਵੀ ਜਿਹੜੇ 10-10 ਸਾਲ, ਜਦ ਕਿਸਾਨ ਅੰਦੋਲਨ ਤੁਸੀਂ ਦੇਖੋ, ਕਿਸਾਨ ਅੰਦੋਲਨ ਦੇ ਵਿੱਚ ਇਹ ਕੰਮ ਹੋਇਆ, ਜਿਨ੍ਹਾਂ ਦੇ 10-10 ਸਾਲ ਤੋਂ ਕੇਸ ਚੱਲਦੇ ਸੀ ਉਹ ਇਕੱਠੇ ਹੋ ਕੇ ਜਾ ਕੇ ਬਿਆਨ ਦੇ ਆਏ ਵੀ ਠੀਕ ਹੈ ਸਾਡਾ ਖਤਮ ਜੀ, ਸਾਡਾ ਹੋ ਗਿਆ ਸਮਝੌਤਾ। ਜਦ ਮਨਸ਼ਾ ਤੁਹਾਡੀ ਠੀਕ ਹੋਏਗੀ, ਉਹ ਹੋਏਗੀ ਲੋਕ ਲਹਿਰ ਨਾਲ। ਉਹਦੇ ਵਿੱਚ ਨਾ ਤਾਂ ਕੋਈ ਇਹ ਕਹੇਗਾ ਵੀ ਹਰਿਆਣਾ ਨੂੰ ਪਾਣੀ ਕਿਉਂ ਦਿੱਤਾ ਜਾ ਰਿਹਾ ਹੈ, ਨਾ ਕਹੇਗਾ ਹਰਿਆਣਾ ਵੀ ਅਸੀਂ ਇੰਨਾ ਜ਼ਰੂਰ ਲੈਣਾ। ਉਹਦੇ 'ਚ ਜੋ ਨਿਆਇਕ ਹੋਏਗਾ, ਜੋ ਰਿਪੀਨੀਅਨ ਕਾਨੂੰਨ ਹੋਏਗਾ, ਜਿਸ ਹਿਸਾਬ ਨਾਲ ਗੱਲ ਹੋਏਗੀ ਉਸ ਹਿਸਾਬ ਨਾਲ ਤੈਅ ਹੋ ਜਾਏਗਾ। ਦੂਜੀ ਗੱਲ, ਉਹਦਾ ਹੱਕ ਨਾ ਵੀ ਹੋਵੇ, ਹੋ ਸਕਦਾ ਅਸੀਂ ਫਿਰ ਵੀ ਕਰੀਏ ਵੀ ਭਾਈ ਕੋਈ ਨਹੀਂ, ਚੱਲ ਕੋਈ ਨਹੀਂ, ਦੇ ਦਿਓ ਪਾਣੀ, ਤਾਂ ਕਿ ਕੋਈ ਗੱਲ ਨਹੀਂ। ਸੋ ਪਰ ਉਹ ਹੋਏਗਾ ਕਦ? ਜਦ ਆਪਸ ਵਿੱਚ ਨੇੜਤਾ ਹੋਏਗੀ, ਏਕਤਾ ਹੋਏਗੀ। ਸਿਆਸਤਦਾਨ ਤਾਂ ਇੱਕ ਤਾਂ ਚਾਹੁੰਦਾ ਨਹੀਂ, ਉਹ ਤਾਂ ਵੰਡ ਕੇ ਰਾਜ ਕਰਦਾ, ਉਹ ਤਾਂ ਹਿੰਦੂ, ਸਿੱਖ, ਮੁਸਲਮਾਨ, ਈਸਾਈ ਦੇ ਲੋਕਾਂ ਨੂੰ ਦਬਾਅ 'ਚ ਰੱਖਦਾ ਉਹ ਵੀ ਤੁਸੀਂ ਮਾਰੇ ਜਾਓਗੇ ਜੇ ਮੈਂ ਨਾ ਹੋਵਾਂ। ਉਹ ਤਾਂ ਮਸੀਹਾ ਬਣ ਕੇ ਆ ਰਿਹਾ ਲੋਕਾਂ ਕੋਲੇ। ਤੁਸੀਂ ਦੱਸੋ, ਇੰਨਾ ਕਰਜ਼ਾ ਲੈ ਕੇ, ਪੈਸਾ ਤਾਂ ਇਹਨਾਂ ਨੇ ਜੇਬ 'ਚ ਪਾਇਆ। ਆ ਹੁਣ ਰੌਲਾ ਪੈ ਰਿਹਾ ਵੀ ਕਰੋਨਾ 'ਚ ਕੀ ਕੁਝ ਖਰੀਦਿਆ ਗਿਆ, ਉਹ ਮੰਤਰੀ ਕਹਿੰਦੇ ਨੇ, ਉਪ ਮੁੱਖ ਮੰਤਰੀ ਬਣੇ ਹੋਏ ਸੀ, ਕਹਿੰਦੇ ਮੈਂ ਤਾਂ ਠੀਕ ਕਰਿਆ ਜੀ ਜੋ ਕੁਝ ਕਰਿਆ। ਜਦ ਮਰਜ਼ੀ ਜਾਂਚ ਕਰਾ ਲਓ, ਜਾਂਚ ਤੋਂ ਪਤਾ ਲੱਗੂਗਾ ਨਾ ਵੀ ਜਿਹੜਾ ਸੈਨੀਟਾਈਜ਼ਰ ਕਿਸ ਭਾਅ ਆਉਂਦਾ ਸੀ ਤੇ ਕਿਸ ਭਾਅ ਖਰੀਦਿਆ, ਕੀ ਸਮਾਨ ਖਰੀਦਿਆ, ਕਿੰਨਾ ਖਰੀਦਿਆ, ਕੀ ਸੱਚੀ-ਮੁੱਚੀ ਓਨਾ ਹੀ ਵੰਡਿਆ ਜਿੰਨਾ ਖਰੀਦਿਆ, ਕਿ ਖਰੀਦਿਆ ਕੁਝ ਹੋਰ ਹੈ ਤੇ ਵੰਡਿਆ ਕੁਝ ਹੋਰ ਹੈ, ਕਾਗਜ਼ਾਂ 'ਚ ਕੁਝ ਹੋਰ ਦਿਖਾਇਆ। ਇਹ ਗੱਲਾਂ ਮੈਂ ਸਰਕਾਰ 'ਚ ਰਿਹਾ, ਮੈਂ ਰੋਜ਼ ਦੇਖਦਾ ਸੀ, ਮੈਂ ਫੜ ਲੈਂਦਾ ਸੀ ਵੀ ਆਹ ਦੱਸੋ ਕਿਵੇਂ ਕਰਿਆ। ਛੋਟੀ ਜਿਹੀ ਉਦਾਹਰਨ ਦੇ ਦਿੰਦਾ ਸੀ ਮੈਂ, ਕਿਉਂ ਕਹਿਣਾ, ਕਿਉਂਕਿ ਉਹ ਮੰਤਰੀ ਹੁਣ ਫਸ ਰਿਹਾ ਹੈ ਨਾ,
उस करके एक बारी एक पड़ताल करनी सी आ दंदां दे ना एक जब दंद कढ़दे उत्थे पेंट लाउंदे ने भी दर्द ना होवे ਉਹ लौंगां ਦਾ ਤੇਲ ਬੇਸਿਕਲੀ ਇਹੀ ਜੀ ਮਾਲਸ਼ ਹੁੰਦੀ ਉਹ ਖਰੀਦੀਆਂ ਹੋਈਆਂ ਲੱਖ ਕੇ 1.5 ਲੱਖ ਸ਼ੀਸ਼ੀ ਤੇ ਉਹਦੇ ਤੇ ਕਿਸੇ ਨੇ ਸ਼ਿਕਾਇਤ ਕਰਤੀ ਹੋਣੀ ਹੈ ਵੀ ਭਾਈ ਇਹ ਤਾਂ ਹੇਰਾ ਫੇਰੀ ਹੋਈ ਹੈ ਉਹ ਇਨਕੁਆਇਰੀ ਹੋ ਗਈ ਮੈਨੂੰ ਮਾਰਕ ਮੈਂ ਪਹਿਲਾਂ ਤਾਂ ਜਿਹੜਾ ਵਿੱਤੀ ਕੰਟਰੋਲਰ ਹੁੰਦਾ ਸਾਡੇ ਦਫ਼ਤਰ 'ਚ ਮੈਂ ਉਹਨੂੰ ਫੋਨ ਤੇ ਕਿਹਾ ਵੀ ਮੈਨੂੰ ਆਹ ਫਾਈਲਾਂ ਭੇਜ ਦਿਓ ਉਹ ਮੈਨੂੰ ਕਹਿੰਦਾ ਸਰ ਵੈਸੇ ਇਹ ਨਾ ਗੁਪਤ ਨੇ ਫਾਈਲਾਂ ਪਰ ਤੁਸੀਂ ਕਹਿੰਦੇ ਹੋ ਮੈਂ ਭੇਜ ਦਿੰਦਾ ਮੈਂ ਕਹਿੰਦਾ ਵੇਟ ਤੇਜ਼ੀ ਨਾਲ ਕੰਮ ਹੋਣਾ ਚਾਹੀਦਾ ਹੈ ਮੈਂ ਨਾਲ ਦੀ ਨਾਲ ਸਟੈਨੋ ਮੇਰਾ ਨਾਲ ਬੈਠਾ ਉਹਨੂੰ ਕਿਹਾ 2 ਲਾਈਨਾਂ ਟਾਈਪ ਕਰ ਵੀ ਆ ਡੈਂਟਲ ਪੇਂਟ ਦੇ ਵਿੱਚ ਹੇਰਾਫੇਰੀ ਹੋਈ ਹੈ ਇਹਦੀ ਸ਼ਿਕਾਇਤ ਹੇਰਾਫੇਰੀ ਦੀ ਸ਼ਿਕਾਇਤ ਹੈ ਮੈਨੂੰ ਇਹਦੀ ਪੜਤਾਲ ਮਾਰਕ ਹੋਈ ਆ ਮੈਂ ਪੜਤਾਲੀ ਅਫਸਰਾਂ ਆਹ ਫਾਈਲਾਂ ਮੇਰੇ ਪੇਸ਼ ਕਰੋ ਅੱਧੇ ਘੰਟੇ ਦੇ ਵਿੱਚ ਜਦੋਂ ਚਿੱਠੀ ਗਈ ਸਰ ਮੈਂ ਤਾਂ ਜੀ ਮੈਂ ਕਿਹਾ ਤੂੰ ਤਾਂ ਕਹਿੰਦੇ ਗੁਪਤ ਹੈ ਨਾ ਪਰ ਤੂੰ ਦਫ਼ਤਰ ਦੇ ਅਧਿਕਾਰੀ ਨੂੰ ਦੱਸ ਰਿਹਾ ਗੁਪਤ ਨੇ ਜਿਹੜਾ 2IC ਹੈ ਜਿਹੜਾ ਡਾਇਰੈਕਟਰ ਤੋਂ ਬਾਅਦ ਜਿਹਦੇ ਕੋਲ ਡਾਇਰੈਕਟਰ ਦਾ ਚਾਰਜ ਵੀ ਹੁੰਦਾ ਦਫ਼ਤਰ 'ਚ ਤੂੰ ਉਸ ਨੂੰ ਦੱਸ ਰਿਹਾ ਵੀ ਇਹ ਗੁਪਤ ਨੇ ਫਾਈਲਾਂ ਤਾਂ ਮੈਂ ਤੁਹਾਨੂੰ ਕਹਿਣਾ ਫਿਰ ਪਰਚੇਜ਼ ਕਰੀਆਂ ਤੁਸੀਂ ਮੰਨੋਗੇ ਮੈਂ ਕਿਹਾ ਇਹ ਦੱਸੋ ਤੁਸੀਂ ਇੱਕ ਸਿੰਗਲ ਟੈਂਡਰ ਤੇ ਕਿਉਂ ਖਰੀਦਿਆ ਮਤਲਬ ਇੱਕ ਬੰਦੇ ਨੇ ਉਹਦੇ 'ਚ ਪਾਇਆ ਵੀ ਮੈਂ ਵੇਚਣ ਨੂੰ ਤਿਆਰ ਇੱਕ 'ਚ ਹੀ ਖਰੀਦਣੀਆਂ ਮੈਂ ਤੁਸੀਂ ਇੱਕ ਤੋਂ ਹੀ ਖਰੀਦਣੀਆਂ ਇਹਦਾ ਤਾਂ ਮਤਲਬ ਇਹ ਹੇਰਾਫੇਰੀ ਹੋਈ ਹੈ ਕਹਿੰਦਾ ਨਹੀਂ ਜੀ ਨਹੀਂ ਉਹ ਤਾਂ ਐਕਸਪਰਟ ਨੇ ਜਿਹੜੇ ਕਹੇ ਮੈਂ ਕਿਹਾ ਕਿਹੜਾ ਐਕਸਪਰਟ ਸੀ ਕਹਿੰਦਾ ਫਲਾਣਾ ਮੈਂ ਉਹਨੂੰ ਫੋਨ ਲਾ ਲਿਆ ਮੈਂ ਹਾਂ ਦੱਸ ਬਈ ਇਹਦਾ ਰੇਟ ਕਹਿੰਦਾ ਜੀ ਰੇਟ ਆਏ ਆ ਜੀ ਫਲਾਣਾ ਹੈ ਮੈਂ ਮਾਰਕੀਟ 'ਚੋਂ ਚੈੱਕ ਕਰਿਆ ਸੀ ਵੀ ਕੀ ਹੈ ਉਹ ਮੈਂ ਕਿਹਾ ਇਹ ਦੱਸ ਵੀ ਰਿਟੇਲ ਰੇਟ ਕਿੰਨਾ ਹੈ ਕਹਿੰਦਾ ਜੀ ਰਿਟੇਲ ਰੇਟ ਤੋਂ ਵੱਧ ਨਹੀਂ ਹੈ ਉਹ ਮੈਂ ਕਿਹਾ 1 ਰੁਪਏ ਬੰਦਾ 20 ਰੁਪਏ ਦੀ ਸ਼ੀਸ਼ੀ ਖਰੀਦਾ ਇੱਕ ਸ਼ੀਸ਼ੀ ਜਾ ਕੇ ਬਾਜ਼ਾਰ 'ਚੋਂ ਤੇ ਤੁਸੀਂ ਕਹਿੰਦੇ ਅਸੀਂ 1.25 ਲੱਖ ਸ਼ੀਸ਼ੀ ਖਰੀਦੀ ਹੈ ਪਰ 20 ਰੁਪਏ ਤੋਂ ਵੱਧ ਨਹੀਂ ਹੈ ਤੁਸੀਂ ਆਪੇ ਹਿਸਾਬ ਲਾਓ ਤਾਂ ਸਧਾਰਨ ਬੰਦੇ ਨੂੰ ਪਤਾ ਲੱਗਦਾ ਵੀ ਹੇਰਾਫੇਰੀ ਹੋਈ ਹੈ ਤਾਂ ਮੈਂ ਕਹਿਣਾ ਜਿਹੜੇ ਬੰਦੇ ਨੂੰ ਹਰੇਕ ਗੱਲ ਤੇ ਜ਼ਿਆਦਾ ਅਗਲਾ ਕਹਿੰਦਾ ਇਹ ਤਾਂ ਜੀ ਐਂ ਹੋ ਨਹੀਂ ਸਕਦਾ ਉਹਨਾਂ ਕੋਲ ਕੋਈ ਗੱਲ ਨਹੀਂ ਰਹਿਣ ਦੇ ਤੂੰ ਪਰ ਕਾਨੂੰਨ ਨਹੀਂ ਤੋੜਨਾ ਹਰ ਗੱਲ ਤੁਹਾਡੀ ਸੁਪਰੀਮ ਕੋਰਟ ਤੱਕ ਜਾਵੇ ਤੁਸੀਂ ਕਾਨੂੰਨ ਮੁਤਾਬਕ ਜਸਟੀਫਾਈ ਕਰ ਸਕੋ ਇਹ ਜ਼ਿਆਦਾ ਹਿੱਕ ਦਾ ਧੱਕਾ ਕਰਦੇ ਨੇ ਜਾਂ ਕਰਦੇ ਹੀ ਨਹੀਂ ਜਿਹੜਾ ਹੁਣ ਉਹ ਕਹਿੰਦੇ ਨੇ ਇੱਥੇ ਇੰਨਾ ਮਾਲ ਖਰੀਦਿਆ ਜਾਂਦਾ ਸੀ ਹੈਲਥ ਸਿਸਟਮ ਕਾਰਪੋਰੇਸ਼ਨ ਇੰਨੀਆਂ ਬਿਲਡਿੰਗਾਂ ਬਣੀਆਂ ਨੇ ਕਰਾ ਲਏ ਭਗਵੰਤ ਮਾਨ ਉਹਦੀ ਇਨਕੁਆਇਰੀ ਵੀ ਇਹ ਬਿਲਡਿੰਗਾਂ 'ਚ ਕੀ ਹੋਇਆ ਹੁਣ ਤਾਂ ਆਪ ਹੀ ਉਹ ਸਿਹਤ ਮੰਤਰੀ ਨੇ ਕਰਾ ਲੈਣ ਭਰਤੀਆਂ 'ਚ ਕੀ ਹੋ ਰਿਹਾ ਕਰਾ ਲੈਣ ਇਨਕੁਆਇਰੀ ਸੋ ਜਿਹੜਾ ਕੰਮ ਕਰਨ ਵਾਲਾ ਹੈ ਆਪਾਂ ਇਹ ਮੰਨ ਕੇ ਚੱਲੀਏ ਵੀ ਪੰਜਾਬ ਦਾ ਪੱਠਾ ਪੰਜਾਬ ਦੇ ਸਿਆਸਤਦਾਨਾਂ ਨੇ ਬਿਠਾਇਆ ਸਿਆਸਤਦਾਨ ਤੇ ਨੌਕਰਸ਼ਾਹ ਰਲ ਗਏ ਤੇ ਜਿਹੜਾ ਮੁਲਾਜ਼ਮ ਹੈ ਉਹ ਸਿਆਸਤਦਾਨ ਤੇ ਨੌਕਰਸ਼ਾਹ ਨਾਲ ਰਲ ਗਿਆ ਉਹ ਕਹਿੰਦਾ ਮੈਂ ਨਹੀਂ ਕੰਮ ਕਰਦਾ ਲੋਕਾਂ ਦਾ ਪੈਸੇ ਦੇ ਬਿਨਾਂ ਤੁਸੀਂ ਐਂ ਕਰੋ ਜਿਹੜੇ ਮਰਜ਼ੀ ਦਫ਼ਤਰ ਜਾਓ ਤੁਸੀਂ ਇਹ ਕਹਿ ਦਿਓ ਕਿ ਜੀ ਇੱਥੇ ਲਿਖ ਦਿਓ ਵੀ ਕਾਨੂੰਨ ਕੀ ਆ ਮੈਂ ਕਿਉਂਕਿ ਮੈਂ ਜਾਣਨਾ ਵੀ ਹਾਂ ਮੈਂ ਲਿਖ ਕੇ ਵੀ ਦਿੰਦਾ ਮੈਨੂੰ ਲਿਖ ਕੇ ਦਿੰਦੇ ਵੀ ਨਹੀਂ ਲੋਕ ਮੈਂ ਕਹਿੰਦਾ ਜੀ ਤੁਸੀਂ ਇੱਥੇ ਲਿਖ ਦਿਓ ਵੀ ਇਹ ਕੰਮ ਨਹੀਂ ਹੋ ਸਕਦਾ ਮੈਂ ਤੁਹਾਨੂੰ ਅਰਜ਼ੀ ਦੇਤੀ ਤੁਸੀਂ ਇੱਥੇ ਲਿਖ ਦਿਓ ਵੀ ਨਹੀਂ ਹੋ ਸਕਦਾ ਲਿਖ ਕੇ ਵੀ ਨਹੀਂ ਦਿੰਦੇ ਉਹਨਾਂ ਦੇ ਅਫਸਰਾਂ ਨੂੰ ਸ਼ਿਕਾਇਤ ਕਰ ਲਓ ਮੈਂ ਕੇਂਦਰ ਦੇ ਮੰਤਰੀਆਂ ਤੱਕ ਡਾਕਖਾਨੇ ਦੀਆਂ ਸ਼ਿਕਾਇਤਾਂ ਕਰੀਆਂ ਨੇ ਬੈਂਕਾਂ ਦੇ ਜਨਰਲ ਉਹ ਜਿਹੜੇ ਹੁੰਦੇ ਆ MD ਮੈਨੇਜਿੰਗ ਡਾਇਰੈਕਟਰ ਉਹਨਾਂ ਤੱਕ ਬੈਂਕ ਦੀਆਂ ਕਰੀਆਂ ਨੇ ਜਿਹੜੇ PRTC ਪੰਜਾਬ ਰੋਡ ਬੱਸਾਂ ਵਾਲਿਆਂ ਦੀਆਂ ਜਿਹੜਾ ਸਟੇਟ ਟਰਾਂਸਪੋਰਟ ਕਮਿਸ਼ਨਰ ਹੈ ਉਹਦੇ ਤੱਕ ਕਰੀਆਂ ਹੋਈਆਂ ਨੇ ਮੈਂ ਕੋਈ ਐਂ ਨਹੀਂ ਹੈ ਵੀ ਮੈਂ ਐਵੇਂ ਬਹਿ ਜਾਂਦਾ ਹੈਲਥ ਵਾਲਿਆਂ ਦੀਆਂ ਜਿਹੜੇ ਹੈਲਥ ਸੈਕਟਰੀ ਡਾਇਰੈਕਟਰ ਨੇ ਉਹਨਾਂ ਤੱਕ ਕਰੀਆਂ ਹੋਈਆਂ ਨੇ ਮੈਨੂੰ ਪਤਾ ਕੀ ਹਾਲ ਹੁੰਦਾ ਜਵਾਬ ਹੀ ਨਹੀਂ ਦਿੰਦੇ ਸੋ ਇਸ ਕਰਕੇ ਆਪਾਂ ਇੰਨਾ ਭੁਲੇਖਾ ਨਾ ਰੱਖੀਏ ਵੀ ਇਹ ਸਿਸਟਮ ਨੂੰ ਇਹ ਤੰਦ ਤਾਨੀ ਨੂੰ ਐਂ ਸਿੱਧਾ ਕਰ ਲੈਣਗੇ ਥਾਂ ਥਾਂ ਤੇ ਪੈਰ ਦੇ ਉੱਤੇ ਬੰਦਾ ਕਿਉਂਕਿ ਜਿਹੜੇ ਵਿਚਾਰਲੇ ਦਰਜੇ ਦੇ ਉਹਨਾਂ ਕੋਲ ਪੈਸਾ ਹੀ ਬਹੁਤ ਹੈ ਉਹ ਪੈਸਾ ਇੰਨਾ ਕਿ ਉਨੀਆਂ ਤੋਂ ਡਿਟੀਆਂ ਨਹੀਂ ਇਕੱਠੀਆਂ ਕਰ ਸਕਦੇ ਉਹ ਐਸ਼ ਕਰਦੇ ਨੇ ਤੇ ਨਾਲੇ ਦੂਜੇ ਨੂੰ ਆਵਾ ਤਵਾ ਬੋਲਦੇ ਉਹ ਤੂੰ ਬੇ ਕਰਦੇ ਨੇ ਜਦ ਕੋਈ ਆਉਂਦਾ ਉਦੋਂ ਨੱਕੋਂ ਠੂਹੀ ਝਾੜਨ ਲੱਗ ਜਾਂਦੇ ਨੇ ਤੁਸੀਂ ਜਾ ਰਹੋ ਬਿਜਲੀ ਬੋਰਡ ਦੇ ਦਫ਼ਤਰ ਤੁਸੀਂ ਜਾ ਰਹੋ ਪੁਲਿਸ ਹੁਣ ਤਾਂ 3 ਮਹੀਨੇ ਹੋ ਗਏ ਨਾ ਜੀ ਸਰਕਾਰ ਨੂੰ ਹੁਣ ਜਾ ਰਹੋ ਹੁਣ ਜਾ ਕੇ ਦੇਖ ਲਓ ਵੀਡੀਓ ਦੇ ਦਫ਼ਤਰ ਚਲੇ ਜਾਓ DDPO ਦੇ ਚਲੇ ਜਾਓ ਹਸਪਤਾਲ 'ਚ ਚਲੇ ਜਾਓ ਸਕੂਲ 'ਚ ਚਲੇ ਜਾਓ ਥਾਣੇ 'ਚ ਚਲੇ ਜਾਓ DC ਦੇ ਦਫ਼ਤਰ ਚਲੇ ਜਾਓ SDM ਦੇ ਚਲੇ ਜਾਓ ਤਹਿਸੀਲਦਾਰ ਦੇ ਚਲੇ ਜਾਓ ਐਗਰੀਕਲਚਰ ਦਫ਼ਤਰ 'ਚ ਚਲੇ ਜਾਓ ਪੜ੍ਹਾਈ ਬਸ ਜਿਹੜਾ ਪੜ੍ਹਾਈ ਦੇ ਵਾਸਤੇ ਬਣਿਆ ਹੈ ਪੜ੍ਹਾਈ ਵਿਭਾਗ ਚਲੇ ਜਾਓ ਵੂਮਨ ਐਂਡ ਚਾਈਲਡ ਵੈਲਫੇਅਰ ਚਲੇ ਜਾਓ ਔਰਤਾਂ ਤੇ ਬੱਚਿਆਂ ਦੀ ਪੜ੍ਹਾਈ 'ਚ ਤੁਸੀਂ ਗੱਲ ਕੀ ਕਰਦੇ ਹੋ ਹਰ ਜਗ੍ਹਾ ਤੇ ਟੋਟਲ ਕਰਪਸ਼ਨ ਹੈ ਕੋਈ ਕਾਨੂੰਨ ਨਹੀਂ ਇਹਨਾਂ ਨੇ ਕਿਹਾ ਸੀ ਗ੍ਰਾਮ ਸਭਾਵਾਂ ਕਰਾਂਗੇ ਕਿੰਨੀਆਂ ਹੋ ਗਈਆਂ ਜੂਨ ਤਾਂ ਲੰਘ ਗਿਆ 30 ਜੂਨ ਤੱਕ ਹਰ ਪਿੰਡ 'ਚ ਗ੍ਰਾਮ ਸਭਾ ਹੋਣੀ ਜ਼ਰੂਰੀ ਹੈ
ਇਹ ਦੱਸ ਦਿਨ ਕਿੰਨੇ 'ਚ ਹੋਈਆਂ ਨੇ, ਐਲਾਨ ਵੀ ਕਰਤਾ ਸੀ, ਔਰ ਜਮਾਂ ਹੀ ਇਹ ਇਹਨਾਂ ਕੋਲ 3 ਮਹੀਨੇ ਸੀ ਪੂਰੇ ਕਰਾਉਣ ਦੇ। ਅਸਲੀ ਗ੍ਰਾਮ ਸਭਾ ਕਿੰਨੇ 'ਚ ਹੋਈਆਂ ਨੇ ਅੱਜ ਦੱਸ ਦੇਣ। ਸੋ ਐ ਨਹੀਂ ਹੈ ਆਪਾਂ ਸੁਖਵਿੰਦਰ ਜੀ ਜਿਹੜੀ ਗੱਲ ਕਰਦੇ ਹਾਂ, ਪਰ ਜਿਹੜੇ ਆਪੋਜੀਸ਼ਨ ਵਾਲੇ ਨੇ ਉਹ ਆਈ ਜਿਵੇਂ ਤਲਵਾਰ ਤੇ ਮੁੱਕੀ ਮਰਵਾਉਣੀ ਹੁੰਦੀ ਆ, ਰੋਜ਼ ਹੀ ਇਹਨਾਂ ਦੇ ਪਿੱਛੇ ਪਏ ਹੋਏ ਨੇ। ਕੁਝ ਬੁੱਧੀਜੀਵੀ ਐਸੇ ਨੇ ਜਿਹੜੇ ਪਹਿਲਾਂ ਚੋਣਾਂ ਇਹਦੇ ਵਿੱਚ ਕਿਸੇ ਹੋਰਾਂ ਨਾਲ ਖੜ ਗਏ, ਚੋਣਾਂ ਦੇ ਵਾਸਤੇ ਰੌਲਾ ਪਾਈ ਗਿਆ ਵੀ ਉਹ ਤਾਂ ਜਿੱਤੇ ਪਏ ਨੇ ਜੀ, ਉਹ ਤਾਂ ਐਂ ਕਰੇ ਪਏ ਨੇ ਜੀ, ਜਵਾਨ ਤਾਂ ਸਭ ਦੀਆਂ ਜ਼ਬਤ ਕਰਾਤੀਆਂ ਉਹਨਾਂ ਸਿਆਣੇ ਬੰਦਿਆਂ ਨੇ, ਖੜੇ ਕਰੇ ਵੀ ਕਿਸਾਨ ਅੰਦੋਲਨ ਸਾਰਾ ਤੋੜਤਾ, ਤੇ ਹੁਣ ਵੀ ਉਹ ਪਿੱਛੇ ਪਏ ਹੋਏ ਨੇ। ਉਹ ਜਿਹੜੀ ਇਹਨਾਂ ਦੀ ਚੰਗੀ ਗੱਲ ਹੁੰਦੀ ਆ ਉਹਨੂੰ ਵੀ ਮਾੜੀ ਹੋਈ ਕਹਿਣਾ। ਇੱਕ ਦਿਨ ਨਹੀਂ ਮੈਂ ਉਹਨਾਂ ਕੁਝ ਬੰਦਿਆਂ ਦੇ ਮੂੰਹੋਂ ਸੁਣਿਆ ਵੀ ਆਹ ਗੱਲ ਤਾਂ ਚਲੋ ਯਾਰ ਇਹਨਾਂ ਨੇ ਠੀਕ ਕਰੀ ਹੈ, ਵੀ ਇਹਦਾ ਮਤਲਬ ਇਹਨਾਂ 3 ਮਹੀਨੇ 'ਚ ਕੁਝ ਵੀ ਠੀਕ ਨਹੀਂ ਕਰਿਆ, ਸਾਰੇ ਗਲਤ ਕਰਿਆ, ਸਾਰੇ ਮਾੜੀ ਇੱਛਾ ਨਾਲ ਕਰਿਆ। ਤੇ ਫਿਰ ਤੁਹਾਡੀ ਜਿਹੜੀ ਤੁਸੀਂ ਕਹਿੰਦੇ ਹੋ, ਤੁਹਾਡੇ ਤੇ ਮੈਂ ਕਿਵੇਂ ਯਕੀਨ ਕਰਾਂ ਵੀ ਤੁਸੀਂ ਸੱਚੀ-ਮੁੱਚੀ ਸੱਚ ਬੋਲਦੇ ਹੋ? ਸਾਰੀ ਉਮਰ ਤੁਸੀਂ ਵੀ ਨੌਕਰੀਆਂ ਕਰੀਆਂ ਨੇ, ਪੈਨਸ਼ਨਾਂ ਲੈ ਰਹੇ ਹੋ, ਤੁਸੀਂ ਉੱਥੇ ਕੀ ਕਰਿਆ ਦੱਸੋ? ਤੁਸੀਂ ਲੋਕਾਂ ਨੂੰ ਦੱਸੋ ਵੀ ਤੁਸੀਂ ਕੀ ਕਰਦੇ ਸੀ। ਬੋਲਣਾ ਬੜਾ ਸੌਖਾ ਹੁੰਦਾ, ਆ ਜਾਓ ਐਂ ਕਰੋ। ਜਿੰਨੇ ਇਹਨਾਂ ਨੂੰ ਕ੍ਰਿਟੀਸਾਈਜ਼ ਕਰੋ ਉਹਨਾਂ ਕਹੋ ਜੀ ਤੁਸੀਂ ਆਪਦੇ ਕੰਮ ਦਾ ਆਡਿਟ ਕਰਾਓ, ਜਿਹੜਾ ਕੰਮ ਤੁਸੀਂ ਸਰਕਾਰ 'ਚ ਰਹਿੰਦੇ ਹੋਏ ਕਰਦੇ ਰਹੇ ਹੋ, ਇੰਨੀ ਮੋਟੀਆਂ ਤਨਖਾਹਾਂ ਲੈਂਦੇ ਰਹੇ ਹੋ, ਉਹਦਾ ਆਡਿਟ ਕਰਾਓ। ਅੱਜ ਤੁਸੀਂ ਕਹੋ ਓਪਨਲੀ ਵੀ ਹਾਂ ਜੀ ਕਰ ਲਓ ਆਡਿਟ, ਵੀ ਮੈਂ ਕਿੱਥੇ ਕੰਮ ਕਰਿਆ, ਕੀ ਕਰਿਆ, ਕਿੱਥੇ ਮੈਂ ਕੜੀ ਕੋਡੀ ਆ, ਕਿੱਥੇ ਮੈਂ ਠੀਕ ਕਰਿਆ, ਕਰ ਲਓ ਆਡਿਟ, ਕਰਵਾਓ ਨਾ। ਫਿਰ ਦੂਜੇ ਨੂੰ ਕਹਿਣਾ ਬੜਾ ਸੌਖਾ ਹੁੰਦਾ, ਦੂਜੇ ਦੀ ਅੱਖ ਦੇ ਵਿੱਚ ਕਣ ਵੀ ਦਿਖ ਜਾਂਦਾ ਹੈ, ਆਪਦੀ ਅੱਖ 'ਚ ਸਤੀਰ ਵੀ ਨਹੀਂ ਦਿਖਦਾ। ਸੋ ਅੱਜ ਲੋੜ ਇਸ ਗੱਲ ਦੀ ਹੈ ਕਿ ਸਰਕਾਰ ਜਿਹੜੀ ਹੈ, ਆਪਾਂ ਲੋਕ ਸਭਾ ਦੀਆਂ ਚੋਣਾਂ ਤੋਂ ਗੱਲ ਕਰੀ ਸੀ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਸੀ, ਅੱਜ ਲੋੜ ਇਸ ਗੱਲ ਦੀ ਹੈ ਵੀ ਸਰਕਾਰ ਆਪਦੇ ਆਪ ਨੂੰ ਸਹੀ ਸੈੱਟ ਕਰੇ ਤੇ ਇਹ ਸਮਝੇ ਵੀ ਸਮੱਸਿਆ ਕੀ ਹੈ ਪਹਿਲਾਂ, ਫਿਰ ਉਸ ਨੂੰ ਸੁਲਝਾਉਣ ਦੀ ਗੱਲ ਕਰੇ। ਇਸੇ ਤਰ੍ਹਾਂ ਹੀ ਜਿਹੜੇ ਕੇਂਦਰ ਨਾਲ ਸਾਡੇ ਰਿਲੇਸ਼ਨ ਨੇ ਉਹਦੇ ਉੱਤੇ ਗੱਲ ਕਰੇ, ਜਿਹੜੇ ਸੂਬਿਆਂ ਨਾਲ ਰਿਲੇਸ਼ਨ ਨੇ ਉਹਨਾਂ ਮਾਮਲਿਆਂ ਨੂੰ ਅਜੇ ਇੰਨਾ ਨਾ ਉਠਾਵੇ, ਕਿਉਂਕਿ ਅਜੇ ਕਿਸਾਨਾਂ ਦੇ ਇਕੱਠੇ ਹੁੰਦਾ, ਅਜੇ ਉਹਨਾਂ ਨਾਲ ਇਕੱਠੇ ਹੋਣ ਦਾ ਮਾਮਲਾ ਹੈ। ਪਰ ਜਿਹੜੇ ਕੇਂਦਰ ਨਾਲ ਮਾਮਲੇ ਨੂੰ ਉਠਾਵੇ, ਕਿਉਂਕਿ ਲੜਾਈ ਅੱਜ ਕੇਂਦਰ ਦੇ ਖਿਲਾਫ ਜ਼ਰੂਰੀ ਹੈ। ਨਹੀਂ ਤਾਂ ਮਹਾਰਾਸ਼ਟਰ ਦੀ ਸਰਕਾਰ ਜੇ ਤੋੜ ਨਾ ਅਗਲੇ, ਇਹ ਭੁਲੇਖਾ ਨਾ ਰੱਖਣ ਵੀ 92 ਇਹਨਾਂ ਦੇ ਨਹੀਂ ਜਾਣੇ ਉੱਧਰ, ਅਗਲੇ ਨੇ ਠਾਹ ਬਣਾ ਲੈਣੀ ਹੈ ਵੀ ਲੈ ਤੈਨੂੰ ਮੁੱਖ ਮੰਤਰੀ ਬਣਾਉਣਾ, ਤੂੰ ਲੈ ਕੇ ਆ ਜਾ। ਉਹਨਾਂ ਨੂੰ ਕਹਿਣਗੇ 17 ਤੁਹਾਨੂੰ ਬਣਾ ਦਾਂਗੇ, 17 ਤਾਂ ਮੰਤਰੀ ਬਣ ਜਾਣਗੇ ਨਾ, ਇੱਕ ਮੁੱਖ ਮੰਤਰੀ ਬਣ ਜੂਗਾ, 20 ਨੂੰ ਚੇਅਰਮੈਨ ਬਣਾ ਦੇਣਗੇ। ਇਹ ਭੁਲੇਖੇ 'ਚ ਨਾ ਰਹੇ ਨਾ, ਇੰਨਾ ਸੌਖਾ ਕੰਮ ਨਹੀਂ ਹੁੰਦਾ। ਪਹਿਲਾਂ ਤੋੜੀਆਂ ਨਹੀਂ ਉਹਨਾਂ ਨੇ, ਮੱਧ ਪ੍ਰਦੇਸ਼ ਦੀ ਸਰਕਾਰ ਤੋੜੀ ਨਹੀਂ, ਔਰ ਉਹਨਾਂ ਦਾ ਐਨ ਤਕੜਾ ਨੌਜਵਾਨ ਨੇਤਾ ਲਿਆ ਅਗਲਿਆਂ ਨੇ। ਕਰਨਾਟਕਾ ਦੀ ਤੋੜੀ ਨਹੀਂ, ਰਾਜਸਥਾਨ ਦੀ ਟੁੱਟਣ ਵਾਲੀ ਨਹੀਂ ਸੀ, ਆ ਮਹਾਰਾਸ਼ਟਰ ਦੇ ਉੱਤੇ ਹੁਣ ਪਾਇਆ ਨਹੀਂ ਘੇਰਾ। ਸੋ ਇਹ ਆਪਾਂ ਭੁਲੇਖਾ ਨਾ ਰੱਖੀਏ ਵੀ ਜਦ ਤੱਕ ਤੁਸੀਂ ਠੀਕ ਤਰੀਕੇ ਨਾਲ ਕੰਮ ਨਹੀਂ ਕਰੋਗੇ, ਜੇ ਤਾਂ ਤੁਸੀਂ ਸਰਕਾਰ ਨੂੰ ਹਰ ਵਕਤ ਹੀ ਇਹ ਵੀ ਮਾੜਾ, ਇਹ ਵੀ ਮਾੜਾ, ਇਹ ਵੀ ਮਾੜਾ, ਆਹ ਵੀ ਮਾੜਾ, ਉਹਦੀ ਮਾੜੀ ਹੋਈ ਕਹਿਣੀ ਹੈ, ਫਿਰ ਉਹ ਕਹਿਣਗੇ ਚੰਗਾ ਭਾਈ ਤੁਸੀਂ ਮਾੜੇ ਕਹੀ ਜਾਓ, ਸਭ ਤੋਂ ਜਿੰਨਾ ਹੁੰਦਾ ਕਰੀ ਜਾਵਾਂਗੇ, ਫਿਰ ਤਾਂ ਇਹੀ ਗੱਲ ਹੋਊਗੀ। ਜੇ ਤੁਸੀਂ ਉਹਨਾਂ ਨੂੰ ਤਾਰੀਫ ਹੀ ਕਰੀ ਜਾਣੀ ਆ ਵੀ ਇਹਨਾਂ ਦਾ ਕੋਈ ਕਸੂਰ ਹੀ ਨਹੀਂ ਜੀ, ਇਹਨਾਂ ਵਰਗਾ ਤਾਂ ਦੇਵਤਾ ਹੀ ਕੋਈ ਨਹੀਂ, ਤੇ ਫਿਰ ਉਹ ਆਪਦੀ ਸਾਹੀ ਸਵੇਦੀ ਕਰਨਗੇ ਵੀ ਸਾਨੂੰ ਤਾਂ ਲੋਕ ਦੇਵਤਾ ਮੰਨੀ ਜਾਂਦੇ ਨੇ। ਸੋ ਤੁਹਾਨੂੰ ਉਹਨਾਂ ਨੂੰ ਦੇਖਣਾ ਪਏਗਾ, ਜੋ ਠੀਕ ਕਰਦੇ ਨੇ ਉਹਨੂੰ ਕਹੇ ਠੀਕ ਹੈ, ਜੋ ਗਲਤ ਕਰਦੇ ਨੇ ਉਹ ਕਹੇ ਗਲਤ ਹੈ। ਅਗਲੀ ਗੱਲ ਕਰਦਾ ਗਲਤ ਨਾ ਕਹੋ, ਉਹਦੇ 'ਚ ਰਾਏ ਦਿਓ ਵੀ ਤੁਸੀਂ ਐਂ ਕਰ ਸਕੋ, ਮੰਨਣ ਨਾ ਮੰਨਣ ਤੁਹਾਡੀ, ਸੁਣਨ ਨਾ ਸੁਣਨ ਤੁਹਾਡੀ, ਜਿੰਨਾ ਚਿਰ ਤੁਸੀਂ ਨਾਲ ਬਦਲ ਨਹੀਂ ਦਿੰਦੇ। ਮੈਂ ਟ੍ਰੇਡ ਯੂਨੀਅਨ ਲੀਡਰਾਂ ਨੂੰ ਸੁਣਦੇ ਕਹਿੰਦੇ ਜੀ ਹਮਾਰੀ ਮੰਗੇ ਪੂਰੀ ਹੋ ਚਾਹੇ ਕੋਈ ਵੀ ਮਜਬੂਰੀ ਹੋ। ਕਿਉਂ ਪੂਰੀਆਂ ਹੋਣ ਜੇ ਮਜਬੂਰੀ ਹੈ? ਮੈਂ ਕਹਿਣਾ ਅਸੀਂ ਟ੍ਰੇਡ, ਮੈਂ ਜਨਰਲ ਸੈਕਟਰੀ ਹਾਂ ਡਾਕਟਰਾਂ ਦਾ, ਮੈਂ ਦੱਸਦਾ ਸੀ ਵੀ ਤੁਸੀਂ ਐਂ ਕਰ ਸਕਦੇ ਹੋ, ਤੁਸੀਂ ਕਰ ਨਹੀਂ ਰਹੇ, ਔਰ ਸਰਕਾਰਾਂ ਫਿਰ ਕਰਦੀਆਂ ਸੀ। ਤੁਸੀਂ ਜਦ ਕਹਿੰਦੇ ਹੋ ਵੀ ਭਾਈ ਤੁਸੀਂ ਸਿਹਤ 'ਚ ਆਹ ਗਲਤ ਕਰ ਰਹੇ ਹੋ, ਤੁਸੀਂ ਐਂ ਤਾਂ ਦੱਸੋ ਵੀ ਠੀਕ ਕੀ ਹੈ। ਸਹੀ ਗੱਲ ਹੈ। ਤੁਸੀਂ ਕਹਿੰਦੇ ਹੋ ਸਿੱਖਿਆ 'ਚ ਆਹ ਗਲਤ ਕਰ ਰਹੇ ਹੋ, ਤੁਸੀਂ ਐਂ ਤਾਂ ਦੱਸ ਦਿਓ ਵੀ ਆਹ ਠੀਕ ਹੈ। ਤੁਸੀਂ ਕਹਿੰਦੇ ਹੋ ਪੰਚਾਇਤ ਰਾਜ ਤੁਸੀਂ ਆਹ ਗਲਤ ਕਰ ਰਹੇ ਹੋ, ਤੁਸੀਂ ਦੱਸੋ ਵੀ ਆਹ ਠੀਕ ਹੈ ਇਹਦੇ ਮੁਕਾਬਲੇ। ਫਿਰ ਉਹੇ ਜਿਹਾ ਪੱਥਰ ਨਹੀਂ ਧਰ ਦੇਣਾ ਵੀ ਹਿਮਾਲਾ ਪਰਬਤ ਅਗਲਿਆਂ ਦੇ ਸਿਰ ਤੇ ਧਰ ਦੇਣਾ ਵੀ ਐਂ ਕਰੋ ਤਾਂ ਠੀਕ ਹੋਊਗਾ। ਉਹ ਦੱਸਣਾ ਜਿਹੜਾ ਇੰਨੇ ਹਾਲਤਾਂ ਦੇ ਵਿੱਚ ਠੀਕ ਹੋ ਸਕਦਾ ਹੈ, ਵੀ ਪੈਸਾ ਸਾਡੇ ਕੋਲ ਹੈ ਨਹੀਂ, ਬਿਊਰੋਕ੍ਰੇਸੀ ਕਰਪਸ਼ਨ ਕਰ ਰਹੀ ਹੈ, ਸਾਡੀ ਸਾਰੀ ਮਸ਼ੀਨਰੀ ਕਰਪਟ ਹੈ, ਸਿਆਸਤਦਾਨ ਵਿਰੋਧੀ ਜਿਹੜੇ ਨੇ ਇਹ ਸਾਡੇ 'ਤੇ ਹਮਲਾ ਕਰਨਗੇ, ਕੇਂਦਰ ਸਾਡੇ ਉਲਟਾ ਹੈ, ਇਹਦੇ ਬਾਵਜੂਦ ਤੁਸੀਂ ਆਹ ਕਰ ਸਕਦੇ ਹੋ। ਬਿਲਕੁਲ ਰਾਏ ਉਹ ਦੇਈਦੀ ਹੈ ਵੀ ਇਹ ਸਾਰਾ ਕੁਝ ਮੰਨ ਲਿਆ ਹੈਗਾ, ਇਹ ਬਦਲੇਗਾ ਵੀ ਨਹੀਂ, ਇਹ ਵੀ ਮੰਨ ਲਓ, ਤਾਂ ਵੀ ਤੁਸੀਂ ਆਹ ਕਰ ਸਕਦੇ ਹੋ, ਤੁਸੀਂ ਇਹ ਵੀ ਨਹੀਂ ਕਰ ਰਹੇ। ਲਾਸਟ ਗੱਲ ਮੈਂ ਆਪਦੀ ਕਹਿ ਕੇ ਮੈਂ ਕਿਉਂ ਕਹਿਣਾ, ਮੈਂ ਇੱਕ ਵਾਰੀ ਕਿਸੇ ਪਾਰਟੀ ਦੇ ਨੇਤਾ ਨੇ ਕਿਹਾ ਵੀ ਅਸੀਂ ਜੀ ਆਹ ਸਟੇਟਮੈਂਟ ਦੇਣ ਲੱਗਿਆ, ਕਿਉਂਕਿ ਡਾਕਟਰੀ ਦਾ ਮੈਨੂੰ ਪੁੱਛ ਹੀ ਲੈਂਦੇ, ਸਾਰੀਆਂ ਪਾਰਟੀਆਂ ਪੁੱਛ ਲੈਂਦੀਆਂ ਨੇ ਕਿ ਅਸੀਂ ਆਹ ਸਟੇਟਮੈਂਟ ਦੇਣ ਲੱਗਿਆ
मैं कहा तुसीं मारे जाओगे, ये ना दिओ, ये तां तुहानूं बड़ा नुकसान करेगी, तुहानूं आह सवाल करनगे लोग, जवाब नहीं दित्ते जाणे। कहंदे फिर की करिए? मैं तुसीं आह स्टेटमेंट दिओ। तुसीं कहो इन्हां ने तां आह भी नहीं करिया, ਇਹ ਹੋ ਸਕਦਾ ਸੀ। ਕਹਿੰਦੇ ਹਾਂਜੀ ਇਹ ਤਾਂ ਗੱਲ ਠੀਕ ਹੈ। ਉਹਨਾਂ ਨੇ ਸਾਰੀ ਸਟੇਟਮੈਂਟ ਬਦਲ ਕੇ ਮੈਨੂੰ ਕਹਿੰਦੇ ਜੀ ਹੁਣ ਦੇਖੋ, ਹੁਣ ਠੀਕ ਹੈ। ਮੈਂ ਹਾਂ ਹੁਣ ਠੀਕ ਹੈ, ਹੁਣ ਦੇ ਦਿਓ। ਕਿਉਂ? ਤੁਸੀਂ ਉਹ ਗੱਲ ਦੱਸੋ ਵੀ ਤੁਸੀਂ ਤਾਂ ਯਾਰ ਆਹ ਵੀ ਨਹੀਂ ਕਰਿਆ। ਇੱਕ ਡਾਕਟਰ ਨੂੰ ਉਹਦੇ ਕੋਲ 10 ਮਰੀਜ਼ ਨੇ, ਉਹ 10 ਮਰੀਜ਼ ਹੀ ਨਾ ਦੇਖੇ, ਡਿਊਟੀ 'ਚ ਹੀ ਨਾ ਜਾਵੇ, ਉਹਨੂੰ ਇਸ ਗੱਲ 'ਤੇ ਫੜ ਲਓ ਵੀ ਤੂੰ ਤਾਂ ਯਾਰ ਡਿਊਟੀ 'ਚ ਹੀ ਨਹੀਂ ਜਾਂਦਾ। ਇਹ ਤਾਂ ਆਪਾਂ ਬਾਅਦ 'ਚ ਦੇਖਾਂਗੇ ਵੀ ਉੱਥੇ ਮੇਜ਼ ਹੈ, ਕੁਰਸੀ ਹੈ, ਸਮਾਨ ਹੈ, ਨਹੀਂ ਹੈ, ਤੂੰ ਜਾਂਦਾ ਹੀ ਨਹੀਂ ਉੱਥੇ। ਤੂੰ ਤਾਂ ਗੱਲ ਉਹ ਕਰੋ ਜਿਹੜੀ ਗੱਲ ਤੇ ਅਗਲੇ ਕੋਲ ਜਵਾਬ ਨਾ ਹੋਵੇ, ਜਿਹੜੀ ਗੱਲ ਉਹ ਸੌਖੀ ਕਰ ਸਕਦੇ। ਮੈਂ ਸਾਡੇ ਡਾਕਟਰਾਂ ਨੂੰ ਪੁੱਛਦਾ ਹੁੰਦਾ ਵੀ ਤੁਹਾਨੂੰ ਮਰੀਜ਼ ਦੀ ਨਬਜ਼ ਦੇਖ ਕੇ, ਉਹਦੀ ਕਹਾਣੀ ਸੁਣ ਕੇ, ਉਹਦੇ ਸਰੀਰ ਨੂੰ ਟੋਹ ਕੇ ਤੁਹਾਨੂੰ ਦਵਾਈ ਦੇਣੋਂ ਲਿਖਣੋਂ ਕੌਣ ਰੋਕਦਾ ਹੈ? ਤੁਹਾਡੇ ਕੋਲ ਕੋਈ ਚੀਜ਼ ਨਹੀਂ, ਥਰਮਾਮੀਟਰ ਨਹੀਂ, ਬਲੱਡ ਪ੍ਰੈਸ਼ਰ ਆਪਰੇਟਸ ਨਹੀਂ, ਕੋਈ ਚੀਜ਼ ਨਹੀਂ। ਪਰ ਆਹ ਤਾਂ ਤੁਸੀਂ ਸਿੱਖਿਆ ਹੋਇਆ ਹੈ ਨਾ, ਇਹ ਗੱਲ ਤੋਂ ਤਾਂ ਤੁਹਾਨੂੰ ਕੋਈ ਨਹੀਂ ਰੋਕਦਾ, ਤੁਸੀਂ ਤਾਂ ਇਹੋ ਨਹੀਂ ਕਰਦੇ। ਔਰ ਮੈਂ ਲੀਡਰ ਸੀ ਉਹਨਾਂ ਦਾ, ਤਾਂ ਵੀ ਕਹਿੰਦਾ ਸੀ ਇਹ ਵੀ ਤੁਸੀਂ ਇਹ ਨਹੀਂ ਕਰਦੇ। ਦੱਸੋ ਕਿਉਂ ਨਹੀਂ ਕਰਦੇ? ਤਾਕਤ ਦੀਆਂ ਗੋਲੀਆਂ ਫੜ ਕੇ ਵੰਡਣੀਆਂ ਨੇ, ਉਹ ਵੀ ਤੁਸੀਂ ਆਪ ਨਹੀਂ ਵੰਡਣੀਆਂ, ਉਹ ANM ਦੀ ਡਿਊਟੀ ਲਾਉਣੀ ਆ ਵੀ ਜਾ ਵੰਡ ਕੇ ਆ, ਤੇ ਤੁਸੀਂ ਤਾਂ ਉਹ ਵੀ ਨਹੀਂ ਵੰਡਵਾਉਂਦੇ। ਤੁਸੀਂ ਕਿਵੇਂ ਕਹਿੰਦੇ ਹੋ ਅਸੀਂ ਕੰਮ ਕਰਦੇ ਹਾਂ? ਤੋ ਹਾਂ, ਹੁਣ ਤੁਸੀਂ ਸਵਾਲ। ਜੀ, ਮੈਂ ਡਾਕਟਰ ਸਾਹਿਬ ਆਪਣਾ ਸਮਾਂ ਸੀਮਤ ਸੀਗਾ, ਮੈਂ ਤਾਂ ਕਰ ਰਿਹਾ ਸੀ ਇਸ਼ਾਰਾ। ਹਾਂ, ਚਲੋ ਠੀਕ। ਹਾਂਜੀ, ਤੁਸੀਂ ਆਪਣੀ ਗੱਲ ਕੰਪਲੀਟ ਕਰ ਸਕਦੇ ਹੋ। ਨਹੀਂ, ਮੈਂ ਤਾਂ ਕਰਤੀ ਬਸ। ਮੈਂ ਇਹ ਕਹਿਣਾ ਵੀ ਸਰਕਾਰ ਨੂੰ ਜਦ ਤੁਸੀਂ ਆਲੋਚਨਾ ਕਰਦੇ ਹੋ ਨਾ, ਉਦੋਂ ਤੁਸੀਂ ਨਾਲ ਆਲਟਰਨੇਟਿਵ ਦਿਓ, ਮੁਤਬਾਦਲ ਬਦਲ ਦਿਓ, ਜਿਹੜਾ ਸੌਖਾ ਹੋਵੇ ਕਰਨਾ, ਜਿਹੜਾ ਕਰਿਆ ਜਾ ਸਕਦਾ ਹੋਵੇ ਨਿਯਮ ਕਾਨੂੰਨ ਦੇ ਮੁਤਾਬਕ। ਇਹ ਨਹੀਂ ਵੀ ਕਾਨੂੰਨ ਤੋੜ ਦਿਓ, ਸੁਪਰੀਮ ਕੋਰਟ 'ਚ, ਹਾਈ ਕੋਰਟ 'ਚ ਸਟੇ ਕਰੇ, ਕੇਂਦਰ ਦੀ ਸਰਕਾਰ ਸਵਾਲ ਪੁੱਛਣ ਉਹਦਾ ਜਵਾਬ ਦੇ ਸਕੇ, ਵਿਰੋਧੀ ਪੁੱਛਣ ਉਹਦਾ ਜਵਾਬ ਦੇ ਸਕੋ ਤੁਸੀਂ। ਉਹ ਜੇ ਰਾਏ ਦਿਓ ਤਾਂ ਇਹ ਪੰਜਾਬ ਠੀਕ ਹੋਊਗਾ। ਜੇ ਤੁਸੀਂ ਉਂਝ ਵੀ ਇਹ ਤਾਂ ਵੀ ਜਿਹੜੀ ਇੱਕ ਦੂਜੇ ਨੂੰ ਵਿਰੋਧ ਹੀ ਕਰਨਾ ਹੈ, ਕ੍ਰਿਟੀਸਾਈਜ਼ ਕਰਨਾ, ਫਿਰ ਕੋਈ ਬਹੁਤਾ ਮੈਨੂੰ ਲੱਗਦਾ ਨਹੀਂ ਵੀ ਉਹਦੇ ਚੋਂ ਕੁਝ ਨਿਕਲੂਗਾ। ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ। ਸ਼ੁਕਰੀਆ ਜੀ।